सर बेसिकली ਜਿਹੜਾ ਇੱਕ ਸਮਾਰਟ ਸਿਟੀ ਹੈ ਜਿਵੇਂ ਤੁਸੀਂ ਕਿਹਾ ਕਿ ਇਹਦਾ ਕਨਸੈਪਟ ਸੀਗਾ ਸੌਂਦਰਯਕਰਨ ਉਸ ਸ਼ਹਿਰ ਨੂੰ ਮਾਡਲ ਬਣਾਉਣਾ ਇੱਕ ਤਰ੍ਹਾਂ ਦਾ ਉਹਦੇ ਵਿੱਚ ਸਿਰਫ ਇੱਕ ਸਰਾਭਾ ਨਗਰ ਨੂੰ ਇਦਾਂ ਦਾ ਇੱਕ ਮਾਡਲ ਏਰੀਆ ਬਣਾਇਆ ਜਾ ਰਿਹਾ ਸਰਾਭਾ ਨਗਰ ਤਾਂ ਪਹਿਲਾਂ ਹੀ ਬੜਾ ਇੱਕ ਪੌਸ਼ ਇਲਾਕਾ ਸੀਗਾ ਬੜਾ ਖੁੱਲਾ ਡੁੱਲਾ ਸੀਗਾ ਜਿਹੜੀ ਪੰਜਾਬ ਦੀ ਸਰਕਾਰ ਹੈ ਔਰ ਖਾਸ ਕਰਕੇ ਸਾਡੇ ਇੱਥੇ ਲੁਧਿਆਣੇ ਦੇ ਵਿੱਚ ਜਿਹੜੇ ਮੰਤਰੀ ਸਾਹਿਬ ਉਹਨਾਂ ਨੇ ਇਸ ਪ੍ਰੋਜੈਕਟ ਦਾ ਕੁਝ ਹੋਰ ਹੀ ਬਣਾ ਦਿੱਤਾ। ਤੁਸੀਂ ਤਾਂ ਐਜ਼ ਏ ਬੀਜੇਪੀ ਹੋ ਮੋਦੀ ਸਾਹਿਬ ਦੀ ਟੀਮ ਦੇ ਮੈਂਬਰ ਹੀ ਹੋ ਸਿਪਾ ਸਲਾਰ ਉਹਨਾਂ ਦੇ ਤੁਸੀਂ ਇਸ ਚੀਜ਼ 'ਚ ਰੌਲਾ ਕਿਉਂ ਨਹੀਂ ਪਾਇਆ ਤੁਸੀਂ ਕਿਉਂ ਨਹੀਂ ਆਵਾਜ਼ ਚੱਕੀ ਜੇ ਕੋਈ ਗਲਤ ਪੈਸਾ ਲੱਗ ਰਿਹਾ ਤੁਹਾਡਾ ਵੀ ਤਾਂ ਸ਼ਹਿਰ ਹੈ। ਦੇਖੋ ਇਹ 4 ਸਾਲ ਤਾਂ ਹਿੱਲੇ ਹੀ ਨਹੀਂ ਜਦੋਂ ਹਿੱਲੇ ਤੇ ਹੁਣ ਸਾਡੇ ਸਾਹਮਣੇ ਜੇ ਕੁਝ ਨੂੰ ਨਜ਼ਰ ਆਉਣ ਲੱਗਿਆ ਤੇ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਮੇਰੀ ਗੱਲ ਨੂੰ ਪੂਰੀ ਸੁਣ ਲਓ। ਅਸੀਂ ਤਾਂ ਹੁਣ ਤੱਕ ਇਹੀ ਸਮਝ ਰਹੇ ਸੀ ਕਿ ਪੰਜਾਬ ਸਰਕਾਰ ਕੰਗਾਲ ਹੈ ਇਹਨਾਂ ਕੋਲ ਪੈਸਾ ਹੀ ਨਹੀਂ ਹੈਗਾ ਆਪਣਾ ਸ਼ੇਅਰ ਪਾਣਗੇ ਤੇ ਪ੍ਰੋਜੈਕਟ ਅੱਗੇ ਤੁਰਨਾ ਇਸ ਕਰਕੇ ਹੁਣ ਜੇ ਇਹਨਾਂ ਨੇ ਥੋੜਾ ਬਹੁਤ ਕੀਤਾ ਵੀ ਹੈ ਤੇ ਉਹ ਇੱਕ ਏਰੀਆ ਤੱਕ ਸੀਮਤ ਕਰਤਾ ਨਲਾਇਕੀ ਹੈ ਪੰਜਾਬ ਸਰਕਾਰ ਦੀ ਔਰ ਖਾਸ ਕਰਕੇ ਇੱਥੋਂ ਦੇ ਮੰਤਰੀ ਦੀ ਕਿ ਉਹਨੂੰ ਪੂਰੇ ਸ਼ਹਿਰ ਦਾ ਧਿਆਨ ਰੱਖਣਾ ਚਾਹੀਦਾ ਸੀ। ਉਹ ਪੂਰੇ ਪੰਜਾਬ ਦਾ ਮੰਤਰੀ ਹੈ ਲੁਧਿਆਣੇ ਦੇ ਵਿੱਚ ਜੇ ਸਮਾਰਟ ਸਿਟੀ ਵਾਸਤੇ ਪੈਸਾ ਆ ਰਿਹਾ ਤਾਂ ਉਹਨੂੰ ਹਰ ਏਰੀਆ ਦੇ ਵਿੱਚ ਪੈਸਾ ਲਗਾਉਣਾ ਚਾਹੀਦਾ ਸੀ। ਤੁਸੀਂ ਆਖਰੀ ਸਾਲ ਦੇ ਵਿੱਚ ਤੁਸੀਂ ਆਖਰੀ ਸਾਲ 'ਚ ਫੰਡ ਰਿਲੀਜ਼ ਕੀਤੇ ਤਾਂ ਕਿ ਬਦਨਾਮੀ ਜਿਹੜੀ ਹੈ ਉਹ ਕਾਂਗਰਸ ਸਰਕਾਰ ਦੇ ਮੜੀ ਜਾਵੇ ਆਖਰੀ ਫਿਰ ਵੀ ਉਹਨਾਂ ਨੇ ਦਿਨ ਸਵੇਰੇ ਸ਼ਾਮ ਪੂਰਾ ਦਿਨ ਐਟ ਏ ਟਾਈਮ ਤੁਸੀਂ ਦੇਖੋ ਸਰਾਭਾ ਨਗਰ 'ਚ 4-4 5-5 ਜਗ੍ਹਾ ਤੇ ਕੰਟੀਨਿਊਸਲੀ ਕੰਮ ਸ਼ੁਰੂ ਕਰ ਦਿੱਤਾ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं तो अज का जिहड़ा साडा टॉपिक है वो है स्मार्ट सिटी। जी हाँ मोदी जी वालों दिता गया जिहड़ा एक स्मार्ट सिटी का एक कॉन्सैप्ट सीगा अज उहदा कांग्रेसीकरण हो चुका हैगा पंजाब दे विच खास करके लुधियाने शहर दे विच जिहड़ा इह स्मार्ट सिटी बन रहा सीगा। सो पुछदे हैं लुधियाना शहर के जिहड़े ਵਿੱਚ ਅਸੀਂ ਪਹੁੰਚੇ ਅੱਜ ਬੀਜੇਪੀ ਦੇ ਜਿਹੜੇ ਜਨਰਲ ਸੈਕਟਰੀ ਹੈਗੇ ਆ ਜੀਵਨ ਗੁਪਤਾ ਜੀ ਇਹਨਾਂ ਨਾਲ ਰੂਬਰੂ ਹੋ ਰਹੇ ਹਾਂ। ਸੋ ਇਹਨਾਂ ਤੋਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕਿ ਆਫਟਰ ਆਲ ਇਹ ਕੀ ਸੀਗਾ ਸਮਾਰਟ ਸਿਟੀ ਔਰ ਇਹਦਾ ਮਤਲਬ ਕੀ ਸੀ ਇਹਦਾ ਸਮਾਰਟ ਸਿਟੀ ਬਣਾਉਣ ਦਾ ਔਚਿਤਯ ਕੀ ਸੀ। ਨਮਸਕਾਰ ਸਰ। ਨਮਸਕਾਰ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਨਮਸਕਾਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਰ ਇਹ ਸਮਾਰਟ ਸਿਟੀ ਇਹ ਕਨਸੈਪਟ ਕਿੱਦਾਂ ਆਇਆ ਸੀਗਾ? ਦੇਖੋ ਇਸ ਤਰ੍ਹਾਂ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ 'ਤੇ ਸਾਨੂੰ ਬਹੁਤ ਗਰਵ ਹੈ ਬਹੁਤ ਉਹਨਾਂ 'ਤੇ ਮਾਣ ਹੈ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਈ ਚੀਜ਼ਾਂ ਐਸੀਆਂ ਚਿੰਨ੍ਹਿਤ ਕੀਤੀਆਂ ਜਿਨ੍ਹਾਂ ਦੀ ਬੜੀ ਜ਼ਰੂਰਤ ਸੀਗੀ। ਸੋ ਐਸੀਆਂ 100 ਸ਼ਹਿਰ ਪੂਰੇ ਦੇਸ਼ ਦੇ ਅੰਦਰ ਉਹਨਾਂ ਨੇ ਉਸ ਪਹਿਲੀ ਲੋਟ ਦੇ ਅੰਦਰ ਚਿੰਨ੍ਹਿਤ ਕੀਤੇ ਸੀਗੇ ਕਿ ਸ਼ਹਿਰਾਂ ਦਾ ਸੁੰਦਰੀਕਰਨ ਕੀਤਾ ਜਾਵੇ ਸ਼ਹਿਰਾਂ ਨੂੰ ਅੱਛਾ ਬਣਾਇਆ ਜਾਵੇ ਉਹਦੇ ਨੋਰਮਸ ਤੈਅ ਕੀਤੇ ਔਰ ਸਮਾਰਟ ਸਿਟੀ ਦੇ ਤਹਿਤ 100 ਸਿਟੀ ਚੂਜ਼ ਕੀਤੀਆਂ ਜਿਹਦੇ ਵਿੱਚ ਸਾਡੇ ਪੰਜਾਬ ਤੋਂ ਸਾਡਾ ਲੁਧਿਆਣਾ ਸ਼ਹਿਰ ਜਿਹੜਾ ਹੈ ਉਹਨੂੰ ਚਿੰਨ੍ਹਿਤ ਕੀਤਾ ਗਿਆ ਔਰ ਉਹਦੇ ਵਿੱਚ ਹਰ ਸੂਬੇ 'ਚੋਂ ਕੁਛ ਨਾ ਕੁਛ 2-3 ਸਿਟੀ ਜਿਹੜੀਆਂ ਹੈ ਉਹ ਚਿੰਨ੍ਹਿਤ ਕੀਤੀਆਂ ਗਈਆਂ ਸੀ। ਪੰਜਾਬ 'ਚੋਂ ਲੁਧਿਆਣਾ ਕੀਤਾ ਗਿਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੀ ਭੂਮਿਕਾ ਅਦਾ ਕੀਤੀ ਕਿ ਲੁਧਿਆਣਾ ਸ਼ਹਿਰ ਜਿਹੜਾ ਹੈਗਾ ਇਹਦੇ ਵਾਸਤੇ ਚਿੰਨ੍ਹਿਤ ਕੀਤਾ ਜਾਵੇ ਔਰ ਅਸੀਂ ਉਸ ਸਮੇਂ ਮੋਦੀ ਜੀ ਨੂੰ ਇਸ ਗੱਲ ਦੀ ਵਧਾਈ ਵੀ ਦਿੱਤੀ ਕਿ ਤੁਸੀਂ ਲੁਧਿਆਣੇ ਨੂੰ ਚਿੰਨ੍ਹਿਤ ਕੀਤਾ ਇਸ ਵਾਸਤੇ। ਸਰ ਬੇਸਿਕਲੀ ਜਿਹੜਾ ਇੱਕ ਸਮਾਰਟ ਸਿਟੀ ਹੈ ਜਿਵੇਂ ਤੁਸੀਂ ਕਿਹਾ ਕਿ ਇਹਦਾ ਕਨਸੈਪਟ ਸੀਗਾ ਸੌਂਦਰਯਕਰਨ ਉਸ ਸ਼ਹਿਰ ਨੂੰ ਮਾਡਲ ਬਣਾਉਣਾ ਇੱਕ ਤਰ੍ਹਾਂ ਦਾ। ਸੋ ਸੌਂਦਰਯਕਰਨ 'ਚ ਕੀ ਆਉਂਦਾ? ਦੇਖੋ ਇਹ ਕਾਫੀ ਮਹੱਤਵਪੂਰਨ ਸਵਾਲ ਜਿਹੜਾ ਤੁਸੀਂ ਮੈਨੂੰ ਪੁੱਛਿਆ ਹੈ ਕਿ ਇਹ ਸ਼ਹਿਰ ਦੇ ਵਿੱਚ ਇੱਕ ਤਾਂ ਫ੍ਰੀ ਟ੍ਰੈਫਿਕ ਜ਼ੋਨ ਬਣਨੇ ਚਾਹੀਦੇ ਨੇ ਭੀੜ ਭਾੜ ਤੋਂ ਸ਼ਹਿਰ ਨੂੰ ਬਚਾਇਆ ਜਾ ਸਕੇ ਔਰ ਸੀਵਰੇਜ ਦੀ ਪ੍ਰਣਾਲੀ ਬਿਲਕੁਲ ਐਸੀ ਹੋਣੀ ਚਾਹੀਦੀ ਹੈ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਉਹ ਬਲੌਕ ਜਾਂ ਕਿਸੇ ਤਰ੍ਹਾਂ ਦਾ ਵੀ ਅੱਛੀ ਮਤਲਬ ਜਿਹਨੂੰ ਵਿਵਸਥਾ ਸੀਵਰੇਜ ਦੀ ਹੋਣੀ ਚਾਹੀਦੀ ਹੈ। ਪੀਣ ਵਾਲਾ ਪਾਣੀ ਜਿਹੜਾ ਹੈ ਸਾਫ਼ ਸੁਥਰਾ ਜਿਹੜੀ ਸਪਲਾਈ ਸਰਕਾਰ ਵੱਲੋਂ ਆਉਂਦੀ ਹੈ ਉਹ ਪੀਣ ਵਾਲਾ ਪਾਣੀ ਸਿੱਧਾ ਲੋਕ ਪੀ ਸਕਣ ਉਹਦੀ ਵਿਵਸਥਾ ਹੋਣੀ ਚਾਹੀਦੀ ਹੈ ਔਰ ਸੜਕਾਂ ਔਰ ਆਲੇ ਦੁਆਲੇ ਦੀਆਂ ਸਟਰੀਟ ਲਾਈਟਸ ਔਰ ਖੁੱਲ੍ਹਾ ਜਿਹੜਾ ਹੈਗਾ ਸ਼ਹਿਰ ਉਹ ਲੱਗਣਾ ਚਾਹੀਦਾ ਹੈ। ਜਿਹੜੇ ਕੋਈ ਸਾਈਕਲ ਚਲਾਉਣ ਵਾਲੇ ਨੇ ਉਹਨਾਂ ਨੂੰ ਸਾਈਕਲ ਚਲਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਜਿਹੜੇ ਕੋਈ ਵਾਕ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵਾਕ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਜਾਣੀ ਕਿ ਫ੍ਰੀ ਟ੍ਰੈਫਿਕ ਜ਼ੋਨ ਹੋਣੇ ਚਾਹੀਦੇ ਨੇ ਔਰ ਹਰ ਚੀਜ਼ ਜਿਹੜੀ ਹੈ ਇੱਕ ਸੁੰਦਰੀਕਰਨ ਸ਼ਹਿਰ ਦੇ ਵਿੱਚ ਲੱਗੀ ਹੋਣੀ ਚਾਹੀਦੀ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਰੱਖੀਆਂ ਗਈਆਂ ਸੀਗੀਆਂ ਔਰ ਉਹਦੇ ਤਹਿਤ ਹੀ ਲੁਧਿਆਣੇ ਨੂੰ ਚਿੰਨ੍ਹਿਤ ਕੀਤਾ ਗਿਆ ਹੈਗਾ। ਸਰ ਮੈਂ ਇਹਦੇ ਵਿੱਚ ਪੁੱਛਣਾ ਚਾਹਾਂਗਾ ਜਿੱਦਾਂ ਤੁਸੀਂ ਬੜਾ ਅੱਛਾ ਦਿੱਤਾ ਕਿ ਆਹ ਸਾਰੀਆਂ ਚੀਜ਼ਾਂ ਮਤਲਬ ਹੈਸਲ ਫਰੀ ਇੱਕ ਸ਼ਹਿਰ ਹੋਣਾ ਚਾਹੀਦਾ ਅੱਜ ਜਿਹੜਾ ਇਹ ਮਾਡਲ ਬਣਾਇਆ ਜਾ ਰਿਹਾ ਸਮਾਰਟ ਸਿਟੀ ਦੇ ਵਿੱਚ
ਉਹਦੇ ਵਿੱਚ ਸਿਰਫ ਇੱਕ ਸਰਾਭਾ ਨਗਰ ਨੂੰ ਇੱਦਾਂ ਦਾ ਇੱਕ ਮਾਡਲ ਏਰੀਆ ਬਣਾਇਆ ਜਾ ਰਿਹਾ, ਜਦ ਕਿ ਤੁਹਾਨੂੰ ਨਹੀਂ ਲੱਗਦਾ ਸਰਾਭਾ ਨਗਰ ਤਾਂ ਪਹਿਲਾਂ ਹੀ ਬੜਾ ਇੱਕ ਪੌਸ਼ ਇਲਾਕਾ ਸੀਗਾ, ਬੜਾ ਖੁੱਲ੍ਹਾ ਡੁੱਲਾ ਸੀਗਾ। ਜੇ ਇਹ ਸਭ ਚੀਜ਼ਾਂ ਦੀ ਜ਼ਰੂਰਤ ਸੀ ਤਾਂ ਸ਼ਹਿਰ ਦੇ ਪੁਰਾਣੇ ਸ਼ਹਿਰ ਦੀ ਲੋੜ ਸੀ, ਜਿਹੜਾ ਹਾਰਟ ਆਫ ਦਾ ਸਿਟੀ ਅਸੀਂ ਕਹਿੰਦੇ ਸੀਗੇ, ਜਿੱਥੇ ਚੌੜਾ ਬਾਜ਼ਾਰ, ਜਿੱਥੇ ਉਹ ਪੁਰਾਣੀਆਂ ਤੰਗ ਗਲੀਆਂ, ਜਿਹਨੂੰ ਸੌਂਦਰੀਕਰਨ ਕੀਤਾ ਜਾਏ, ਕਿਉਂਕਿ ਅਸੀਂ ਆਪਣੀ ਧਰੋਹਰ ਸੰਭਾਲ ਕੇ ਰੱਖਦੇ। ਪਰ ਤੁਸੀਂ ਇਹ ਸਮਾਰਟ ਸਿਟੀ ਦਾ ਵਿਜ਼ਨ ਤਾਂ ਦਿੱਤਾ, ਪਰ ਉਹਨੂੰ ਦੇਤਾ ਪੌਸ਼ ਇਲਾਕੇ 'ਚ। ਪੌਸ਼ ਇਲਾਕੇ 'ਚ ਤਾਂ ਉਹਦੀ ਜ਼ਰੂਰਤ ਹੀ ਨਹੀਂ ਸੀ। ਮਤਲਬ ਸੁੰਦਰ ਨੂੰ ਹੋਰ ਸੁੰਦਰ ਸੁਰਖੀ ਬਿੰਦੀ ਹਲਕੀ ਫੁਲਕੀ ਲਾ ਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨੂੰ ਕਰ ਰਹੇ। ਦੇਖੋ ਸੰਦੀਪ ਜੀ, ਬੜੀ ਦੁਖਦ ਗੱਲ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਕੇਂਦਰ ਸਰਕਾਰ ਨੇ ਸੂਬੇ ਦੀਆਂ ਸਰਕਾਰਾਂ 'ਤੇ ਛੱਡੀਆਂ ਹੋਈਆਂ ਹੈਗੀਆਂ। ਉਹਨਾਂ ਦਾ ਸਿਸਟਮ ਦੇ ਵਿੱਚ ਬਣਦਾ ਵੀ ਇਹੀ ਹੈ ਕਿ ਉਹਨੂੰ ਜੋ ਸੂਬੇ ਦੀ ਸਰਕਾਰ ਹੈ ਉਹੀ ਉਹਨੂੰ ਪੈਸੇ ਨੂੰ ਪ੍ਰੋਜੈਕਟ ਬਣਾ ਕੇ ਦੇਵੇਗੀ ਔਰ ਉਹੀ ਉਹਨੂੰ ਡਿਵੈਲਪਮੈਂਟ ਕਰੇਗੀ, ਜਿੱਦਾਂ ਵੀ ਜੋ ਨੋਰਮਸ ਨੇ ਉਹਦੇ ਮੁਤਾਬਕ ਉਹਦੇ 'ਤੇ ਉਹ ਕੰਮ ਕਰੇਗੀ। ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਔਰ ਖ਼ਾਸ ਕਰਕੇ ਸਾਡੇ ਇੱਥੇ ਲੁਧਿਆਣੇ ਦੇ ਵਿੱਚ ਜਿਹੜੇ ਮੰਤਰੀ ਸਾਹਿਬ ਨੇ, ਉਹਨਾਂ ਨੇ ਇਸ ਪ੍ਰੋਜੈਕਟ ਦਾ ਕੁਝ ਹੋਰ ਹੀ ਬਣਾ ਦਿੱਤਾ ਔਰ ਉਹਨੂੰ ਸੀਮਤ ਕਰਤਾ ਲੁਧਿਆਣੇ ਦੇ ਇੱਕ ਏਰੀਏ ਤੱਕ ਹੀ। ਅੱਛਾ ਜੀ। ਜਦ ਕਿ ਇਹ ਪੂਰੇ ਲੁਧਿਆਣੇ ਵਾਸਤੇ ਪ੍ਰੋਜੈਕਟ ਆਇਆ ਸੀਗਾ। ਅੱਛਾ ਜੀ। ਔਰ ਉਹਨੂੰ ਚਰਨਬੰਦ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ ਔਰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ ਉਹਨੂੰ ਅੱਜ ਪਹਿਲੇ ਤੌਰ ਦੇ ਵਿੱਚ ਉਹਨਾਂ ਨੇ ਸ਼ਾਮਲ ਕਰ ਲਿਆ। ਜਿਹੜੀਆਂ ਪਹਿਲਾਂ ਪ੍ਰਾਇਓਰਟੀ ਸੀ, ਜਦ ਕਿ ਉਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ। ਉਹ ਦੇਖੋ, ਬੜੀ ਇਹ 'ਚ ਬੜੀ ਵਿਚਾਰ ਕਰਨ ਵਾਲੀ ਗੱਲ ਹੈ ਵੀ ਕੇਵਲ ਪਿਛਲੇ 4 ਸਾਲ ਨਿਕਲ ਗਏ, ਹੁਣ 5ਵਾਂ ਸਾਲ ਚੱਲ ਰਿਹਾ ਹੈ, 4.5 ਪੌਣੇ 5 ਸਾਲ ਲਗਭਗ ਨਿਕਲਣ ਹੋਏ। ਜੇ ਅਸੀਂ ਸਾਲ ਪਿੱਛੇ ਚਲੇ ਜਾਈਏ, 1 ਸਾਲ ਪਹਿਲਾਂ ਤਾਂ ਕਿਸੇ ਤਰ੍ਹਾਂ ਦਾ ਪਿਛਲੇ 3.5 ਸਾਲ ਕੰਮ ਹੀ ਨਹੀਂ ਕੀਤਾ ਸਮਾਰਟ ਸਿਟੀ ਦੇ ਉੱਪਰ। 1 ਸਾਲ ਤਾਂ ਹੁਣ ਹਬੜਾ ਦਬੜੀ ਇਹ ਪੈ ਗਈ ਕਿ ਸਮਾਰਟ ਸਿਟੀ ਦਾ ਪੈਸਾ, ਇਹਦੇ ਵਿੱਚ ਕੁਝ ਪੈਸਾ ਜਿਹੜਾ ਹੈ ਉਹ ਸੂਬਾ ਸਰਕਾਰ ਨੇ ਵੀ ਸ਼ੇਅਰ ਕਰਨਾ ਹੁੰਦਾ ਔਰ ਹਬੜਾ ਦਬੜੀ ਦੇ ਵਿੱਚ ਕੇਵਲ ਪਰਟੀਕੂਲਰ ਇੱਕ ਵਿਧਾਨ ਸਭਾ ਨੂੰ ਹੀ ਟਾਰਗੇਟ ਕੀਤਾ ਗਿਆ ਔਰ ਉਹਦੇ 'ਚ ਡਿਵੈਲਪਮੈਂਟ ਦਿਖਾਉਣ ਦਾ ਕ੍ਰੈਡਿਟ ਲੈਣ ਦੇ ਵਾਸਤੇ, ਕਿਉਂਕਿ ਇਲੈਕਸ਼ਨ ਆ ਰਿਹਾ ਅੱਗੇ, ਕੇਵਲ ਡਿਵੈਲਪਮੈਂਟ ਦਾ ਆਪਣੇ ਸਿਰ ਸਿਰਾ ਬੰਨਣ ਵਾਸਤੇ ਔਰ ਉਹਨੂੰ ਇੱਕ ਏਰੀਏ ਤੱਕ ਸੀਮਤ ਕਰਤਾ ਗਿਆ ਔਰ ਪੂਰੇ ਲੁਧਿਆਣੇ ਦੇ ਨਾਲ ਮੈਂ ਸਮਝਦਾ ਪੱਖਪਾਤ ਜਿਹੜਾ ਹੈ ਉਹ ਕੀਤਾ ਗਿਆ ਹੈਗਾ ਔਰ ਪੂਰੇ ਲੁਧਿਆਣੇ ਨੂੰ ਨਜ਼ਰਅੰਦਾਜ਼ ਕਰਤਾ ਹੈਗਾ। ਲੁਧਿਆਣੇ ਦੇ ਵਿੱਚ ਬੜੇ ਕੰਮ ਹੋਰ ਹੋਣ ਵਾਲੇ ਹੈ ਜਿਹਨੂੰ ਉਹ ਕਰਨਾ ਚਾਹੀਦਾ ਸੀ, ਪਰ ਮੈਂ ਸਮਝਦਾ ਕਿ ਸਮਾਰਟ ਸਿਟੀ ਦਾ ਮੰਤਰੀ ਸਾਹਿਬ ਨੇ ਕੁਝ ਹੋਰ ਹੀ ਬਣਾਤਾ ਬਸ। ਪਰ ਸਰ, ਤੁਸੀਂ ਜਿਵੇਂ ਕਹਿ ਰਹੇ ਹੋ ਕਿ ਸਮਾਰਟ ਸਿਟੀ ਇਹ ਮੋਦੀ ਜੀ ਦਾ ਦਿੱਤਾ ਹੋਇਆ ਸੁਪਨਾ ਹੈ, ਅਸੀਂ ਵੀ ਜਾਣਦੇ ਸੀ, ਪਰ ਜਿੱਦਾਂ ਕੰਮ ਹੋ ਰਿਹਾ, ਕ੍ਰੈਡਿਟ ਤਾਂ ਸਾਰਾ ਕੁਝ ਅੱਜ ਉਹਦਾ ਐਂ ਲੱਗਦਾ ਕਿ ਸਾਰਾ ਕੁਝ ਉਹਦਾ ਤਾਂ ਕਾਂਗਰਸੀਕਰਨ ਹੋ ਚੁੱਕਾ ਹੈ। ਸਮਾਰਟ ਸਿਟੀ ਦੇ ਨਾਮ 'ਤੇ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਉਹ ਤਾਂ ਮੰਤਰੀ ਜੀ ਦੀ, ਤੁਸੀਂ ਖੁਦ ਹੀ ਮੰਤਰੀ ਜੀ ਦੇ ਵਿਜ਼ਨ ਹੇਠ ਹੋ ਰਹੀ ਹੈ। ਮੰਤਰੀ ਜੀ ਦੇ ਜਿਹੜੇ ਅਕਸ਼ ਦੇ ਹਿਸਾਬ ਨਾਲ ਜੋ ਫੋਰਕਾਸਟ ਕਰ ਰਹੇ ਵਿਜ਼ਨ ਨੂੰ, ਉਸ ਹਿਸਾਬ ਨਾਲ ਹੋ ਰਹੀ ਹੈ, ਕਿਸੇ ਹੋਰ ਦੇ ਪਾਸੇ ਤਾਂ ਹੋ ਹੀ ਨਹੀਂ ਰਹੀ, ਨਾ ਤਾਂ ਕਿਸੇ ਹੋਰ ਕੌਂਸਟੀਟਿਊਂਸੀ 'ਚ ਹੋ ਰਹੀ ਹੈ। ਸੋ ਇਹ ਬੇਸਿਕਲੀ ਤਾਂ ਸਮਾਰਟ ਸਿਟੀ ਐਂ ਲੱਗ ਰਿਹਾ 100% ਮੰਤਰੀ ਜੀ ਹੈ, ਪੰਜਾਬ ਸਰਕਾਰ ਦਾ ਹੈਗਾ, ਤੁਸੀਂ ਉਸ 'ਚ ਕ੍ਰੈਡਿਟ ਲੈ ਰਹੇ ਹੋ। ਨਹੀਂ ਇਹ ਦੇਖੋ, ਜ਼ਰੂਰ ਕਰਾ ਦਿੱਤਾ ਤੁਸੀਂ ਪੰਜਾਬ ਦੇ ਲੁਧਿਆਣੇ ਨੂੰ ਸਮਾਰਟ ਸਿਟੀ, ਪਰ ਜੋ ਓਵਰਆਲ ਅੱਜ ਦੇ ਟਾਈਮ 'ਚ ਜੇ ਆਪਾਂ ਆਮ ਜਨਤਾ ਨੂੰ ਵੀ ਪੁੱਛੀਏ ਤਾਂ ਸਮਾਰਟ ਸਿਟੀ ਬੇਸਿਕਲੀ ਪੰਜਾਬ ਸਰਕਾਰ ਦਾ ਇੱਕ ਬੇਬੀ ਹੈ, ਜੋ ਪੰਜਾਬ ਸਰਕਾਰ ਉਸ 'ਤੇ ਪੈਸੇ ਖਰਚੀ ਹੈ। ਨਹੀਂ ਸੰਦੀਪ ਜੀ, ਤੁਸੀਂ ਥੋੜ੍ਹਾ ਦੇਖੋ, ਤੁਸੀਂ ਪੱਤਰਕਾਰ ਹੋ, ਪੜ੍ਹੇ ਲਿਖੇ ਹੋ, ਸਭ ਚੀਜ਼ਾਂ ਨੂੰ ਜਾਣਦੇ ਹੋ। ਮੇਰਾ ਇਹ ਕਹਿਣਾ ਹੈਗਾ ਕਿ ਤੁਸੀਂ ਜਰਾ ਖੋਲ੍ਹੋ, ਸਰਚ ਕਰੋ, ਗੂਗਲ 'ਤੇ ਹੀ ਸਰਚ ਕਰ ਲਓ, ਤੁਹਾਨੂੰ ਸਾਰੇ ਸਮਾਰਟ ਸਿਟੀ ਦੇ ਨੋਰਮਸ ਵੀ ਉੱਚ ਮਿਲ ਜਾਣਗੇ ਔਰ ਇਹ ਟੋਟਲ ਪੈਸਾ ਜਿਹੜਾ ਹੈਗਾ ਇਹਦੇ 'ਤੇ ਹੁਣ ਤੱਕ ਲੁਧਿਆਣੇ ਵਾਸਤੇ ਕਿੰਨਾ ਪੈਸਾ ਆ ਚੁੱਕਿਆ ਉਹ ਵੀ ਤੁਹਾਨੂੰ ਉਹਦੇ 'ਤੇ ਮਿਲ ਜਾਏਗਾ ਔਰ ਬੜਾ ਮੇਜਰ ਅਮਾਊਂਟ ਲੁਧਿਆਣੇ 'ਚ ਆਇਆ ਹੈਗਾ ਕੇਂਦਰ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ ਸਮਾਰਟ ਸਿਟੀ ਵਾਸਤੇ। ਔਰ ਸਾਨੂੰ ਤਾਂ ਇਹ ਵੀ ਲੱਗਦਾ ਕਿ ਉਹਦੇ ਦੇ ਵਿੱਚ ਵੀ ਉਹਨੂੰ ਵੀ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਸ਼ਹਿਰ ਦੇ ਉੱਪਰ ਲਗਾਇਆ ਨਹੀਂ ਜਾ ਰਿਹਾ ਹੈਗਾ। ਸਾਨੂੰ ਇਹ ਵੀ ਇੱਕ ਸ਼ੱਕ ਦੀ ਸੂਈ ਆ, ਉਹਦੇ 'ਤੇ ਅਸੀਂ ਬਕਾਇਦਾ ਬਾਰ-ਬਾਰ ਅਸੀਂ ਉੱਪਰ ਗੱਲ ਵੀ ਕਰ ਰਹੇ ਹਾਂ ਔਰ ਇਹਦੇ 'ਤੇ ਵਾਚ ਵੀ ਹੋ ਰਹੇ ਆ ਕਿ ਇਹਦੇ 'ਤੇ ਕੀ ਪੈਸਾ ਲੱਗਿਆ ਔਰ ਕਿੰਨਾ ਇਹਦੇ 'ਤੇ ਅੱਗੇ ਵਧੇ ਹੈਗੇ ਆ। ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਇਹ ਬੜੀ ਪੜ੍ਹੀ ਲਿਖੀ ਗੱਲ ਹੈ। ਦੇਖੋ, ਲੁਧਿਆਣਾ ਦੇ ਵਾਸੀ ਸਭ ਅੱਛੀ ਤਰ੍ਹਾਂ ਜਾਣਦੇ ਆ ਇਸ ਗੱਲ ਨੂੰ ਕਿ ਸਮਾਰਟ ਸਿਟੀ ਕਿਸ ਸਰਕਾਰ ਦੀ ਦੇਣ ਹੈ। ਹੁਣ ਕਈ ਵਾਰੀ ਮੈਂ ਦੇਖਦਾ ਇੱਥੇ ਪਬਲਿਕ ਜਿਹੜੀ ਹੈ ਉਹ ਜਦੋਂ ਪਾਣੀ ਮੀਂਹ ਪੈਂਦਾ ਅਤੇ ਕਿਤੇ ਪਾਣੀ ਖੜ੍ਹਾ ਹੁੰਦਾ ਅਤੇ ਉਹ ਕਹਿੰਦੇ ਜੀ ਇਹ ਸਮਾਰਟ ਸਿਟੀ ਹੈ, ਇੱਦਾਂ ਦੀ ਸਮਾਰਟ ਸਿਟੀ ਦੀ ਕਲਪਨਾ ਕਰ ਰਹੇ ਹੈ। ਸਵਾਲ ਇਹ ਹੈਗਾ ਕਿ ਅੱਜ ਜ਼ਰੂਰਤ ਹੈ ਪ੍ਰੋਪਰ ਢੰਗ ਨਾਲ ਸੜਕਾਂ ਬਣਾਉਣ ਦੀ, ਅੱਜ ਜ਼ਰੂਰਤ ਹੈ ਪਾਣੀ ਸੀਵਰੇਜ ਦਾ ਪ੍ਰੋਪਰ ਪ੍ਰਬੰਧ ਕਰਨ ਦੀ। ਸਮਾਰਟ ਸਿਟੀ ਦਾ ਪਹਿਲਾਂ ਪੈਸਾ ਉੱਥੇ ਲੱਗਣਾ ਚਾਹੀਦਾ ਸੀਗਾ ਔਰ ਇਹਨਾਂ ਨੇ ਕੀਤਾ ਹੀ ਨਹੀਂ।
ਕੇਵਲ ਆਪਣੇ ਸਿਰਾ ਬੰਨਣ ਵਾਸਤੇ ਡਿਵੈਲਪਮੈਂਟ ਦਾ, ਔਰ ਲੁਧਿਆਣਾ ਦੇ ਵਾਸੀਆਂ ਨੂੰ ਕੇਵਲ ਇਹ ਦਿਖਾਉਣ ਵਾਸਤੇ ਕਿ ਜੀ ਮੈਂ ਆਪਣੀ ਵਿਧਾਨ ਸਭਾ ਦੀ ਡਿਵੈਲਪਮੈਂਟ ਕਰਾਈ ਹੈ, ਉਸ ਕਰਕੇ ਸਮਾਰਟ ਸਿਟੀ ਦਾ ਪੈਸਾ ਪਰਟੀਕੂਲਰ ਇੱਕ ਏਰੀਆ ਦੇ ਵਿੱਚ ਲਗਾਉਣ ਦੀ ਗੱਲ ਆ ਰਹੀ ਹੈ, ਜਦ ਕਿ ਇਹਨੂੰ ਪੂਰੇ ਲੁਧਿਆਣੇ ਦੇ ਵਿੱਚ ਲਗਾਇਆ ਜਾਣਾ ਚਾਹੀਦਾ ਸੀ। ਔਰ ਇਹ ਪੈਸਾ ਕੇਂਦਰ ਸਰਕਾਰ ਦਾ ਪੈਸਾ, ਪੰਜਾਬ ਸਰਕਾਰ ਦਾ ਵਿੱਚ ਹੈ ਥੋੜ੍ਹਾ ਸ਼ੇਅਰ, ਮੈਂ ਨਹੀਂ ਕਹਿੰਦਾ ਕਿ ਨਹੀਂ ਹੈਗਾ, ਬਟ ਇਹਨਾਂ ਨੂੰ ਪ੍ਰੋਜੈਕਟ ਬਣਾ ਕੇ ਦੇਣੇ ਹੁੰਦੇ ਨੇ। ਉਹ ਪ੍ਰੋਜੈਕਟ ਬਣਾ ਕੇ ਉਹਨਾਂ ਨੇ ਉਹਦੇ ਵਿੱਚ ਜੋ ਬਣਾ ਕੇ ਦਿੱਤਾ ਉਹ ਕੇਵਲ ਪਰਟੀਕੂਲਰ ਇੱਕ ਏਰੀਆ 'ਤੇ ਸੀਮਿਤ ਕਰਤਾ। ਸੋ ਮੈਂ ਸਮਝਦਾ ਵੀ ਇਹ ਤਾਂ ਕੇਵਲ ਲੁਧਿਆਣਾ ਵਾਸੀ ਸਭ ਜਾਣਦੇ ਆ, ਐਸੀ ਕੋਈ ਗੱਲ ਨਹੀਂ, ਉਹਨਾਂ ਨੂੰ ਪਤਾ ਹੈਗਾ। ਪਰ ਸਰ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਹੋ ਜਾਂਦਾ। ਤੁਸੀਂ ਇਹ ਕਹਿੰਦੇ ਹੋ ਸਮਾਰਟ ਸਿਟੀ ਦਾ ਪ੍ਰੋਜੈਕਟ ਇੱਕ ਇਕੱਲੇ ਏਰੀਏ 'ਚ ਇਹਨਾਂ ਨੇ ਬਣਾਤਾ, ਇਹਦਾ ਮਤਲਬ ਤੁਸੀਂ ਤੁਹਾਡੇ ਸ਼ਬਦਾਵਲੀ ਹਿਸਾਬ ਨਾਲ ਇਹ ਗੁੰਮਰਾਹ ਕਰ ਰਹੇ ਆਪਣੀ ਸਰਕਾਰ ਨੂੰ ਵੀ, ਆਪਣੇ ਲੋਕਲ ਜਿਹੜੇ ਹੋਰ ਸਪੋਰਟਰਸ ਹੈਗੇ ਆ, ਕਿਉਂਕਿ ਸਾਡੇ ਹਿਸਾਬ ਨਾਲ ਤਾਂ ਜੋ ਆਮ ਜਨਤਾ 'ਚ ਇੱਕ ਹੈਗਾ ਕਿ ਸਮਾਰਟ ਸਿਟੀ ਦੇ ਅੰਦਰ ਸਿਰਫ ਮਲਹਾਰ ਰੋਡ, ਜਿਹੜੀ ਉਹ ਸਤਪਾਲ ਮਿੱਤਲ ਰੋਡ ਜਾਂ ਜਿਹੜਾ ਕਿਪਸ ਮਾਰਕੀਟ ਵਾਲੀ ਰੋਡ ਹੈਗਾ ਉਹ ਏਰੀਆ, ਉਹਨੂੰ ਹੀ ਇੱਕ ਮਾਡਲ ਬਣਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਸਾਰੇ ਲੁਧਿਆਣੇ 'ਚ ਪੈਸਾ ਨਹੀਂ ਲਗਾਉਣ ਦੀ ਗੱਲ ਹੋਈ ਹੈ, ਜੋ ਸਾਨੂੰ ਹਜੇ ਤੱਕ ਦੱਸਿਆ ਜਾ ਰਿਹਾ ਹੈ, ਸਰਕਾਰ ਵੱਲੋਂ ਕਨਵੇ ਕੀਤਾ ਜਾ ਰਿਹਾ। ਪਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪੂਰੇ ਸ਼ਹਿਰ ਦੇ ਵਿੱਚ ਇਹ ਲੱਗਣਾ ਸੀਗਾ, ਤੁਸੀਂ ਤਾਂ ਐਜ਼ ਏ ਬੀਜੇਪੀ ਹੋ, ਮੋਦੀ ਸਾਹਿਬ ਦੀ ਟੀਮ ਦੇ ਮੈਂਬਰ ਹੀ ਹੋ, ਸਿਪਾ ਸਲਾਰ ਉਹਨਾਂ ਦੇ, ਤੁਸੀਂ ਇਸ ਚੀਜ਼ 'ਚ ਰੌਲਾ ਕਿਉਂ ਨਹੀਂ ਪਾਇਆ? ਤੁਸੀਂ ਕਿਉਂ ਨਹੀਂ ਆਵਾਜ਼ ਚੱਕੀ ਜੇ ਕੋਈ ਗਲਤ ਪੈਸਾ ਲੱਗ ਰਿਹਾ? ਤੁਹਾਡਾ ਵੀ ਤਾਂ ਸ਼ਹਿਰ ਹੈ, ਤੁਸੀਂ ਕਿਉਂ ਨਹੀਂ ਵੌਇਸ ਰੇਜ਼ ਕੀਤੀ? ਦੇਖੋ ਸੰਦੀਪ ਜੀ, ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਕਿ ਸਾਨੂੰ ਆਵਾਜ਼ ਚੱਕਣੀ ਚਾਹੀਦੀ ਸੀ, ਪਰ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਹੱਕ ਨੇ ਉਹ ਪੰਜਾਬ ਸਰਕਾਰ ਦੇ ਜ਼ਿੰਮੇ ਹੀ ਹੈ, ਔਰ ਪੰਜਾਬ ਸਰਕਾਰ ਨੇ ਹੀ ਉਹਦੇ 'ਤੇ ਬਜਟ ਬਣਾ ਕੇ ਪ੍ਰੋਜੈਕਟ ਬਣਾ ਕੇ ਭੇਜਣੇ ਹੁੰਦੇ ਨੇ। ਮੈਂ ਬਿਲਕੁਲ ਮੰਨ ਗਿਆ, ਮੇਰੀ ਗੱਲ ਨੂੰ ਪੂਰੀ ਹੋ ਲੈਣ ਦਿਓ। ਔਰ ਦੇਖੋ ਇਹ 4 ਸਾਲ ਤਾਂ ਹਿੱਲੇ ਹੀ ਨਹੀਂ, ਜਦੋਂ ਹਿੱਲੇ ਤੇ ਹੁਣ ਸਾਡੇ ਸਾਹਮਣੇ ਜੇ ਕੁਛ ਨੂੰ ਨਜ਼ਰ ਆਉਣ ਲੱਗਿਆ ਤਾਂ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼, ਮੇਰੀ ਗੱਲ ਨੂੰ ਪੂਰੀ ਸੁਣ ਲਓ। ਅਸੀਂ ਤਾਂ ਹੁਣ ਤੱਕ ਇਹੀ ਸਮਝ ਰਹੇ ਸੀ ਕਿ ਪੰਜਾਬ ਸਰਕਾਰ ਕੰਗਾਲ ਹੈ, ਇਹਨਾਂ ਕੋਲ ਪੈਸਾ ਹੀ ਨਹੀਂ ਹੈਗਾ, ਆਪਣਾ ਸ਼ੇਅਰ ਪਾਣਗੇ ਤੇ ਪ੍ਰੋਜੈਕਟ ਅੱਗੇ ਤੁਰਨਾ। ਇਸ ਕਰਕੇ ਹੁਣ ਜੇ ਇਹਨਾਂ ਨੇ ਥੋੜ੍ਹਾ ਬਹੁਤ ਕੀਤਾ ਵੀ ਹੈ ਤੇ ਉਹ ਇੱਕ ਏਰੀਆ ਤੱਕ ਸੀਮਤ ਕਰਤਾ। ਕੇਂਦਰ ਸਰਕਾਰ ਵੱਲੋਂ ਪੈਸਾ ਦੇਣ 'ਚ ਕੋਈ ਨਾ ਨਹੀਂ। ਮੈਂ ਖੁਦ ਸਾਡੇ ਸਤਿਕਾਰਯੋਗ ਜਿਹੜੇ ਮੰਤਰੀ ਨੇ ਅਰਬਨ ਡਿਵੈਲਪਮੈਂਟ ਦੇ, ਮਾਨਯੋਗ ਸਰਦਾਰ ਹਰਦੀਪ ਸਿੰਘ ਪੁਰੀ ਜੀ, ਉਹਨਾਂ ਨਾਲ ਬਕਾਇਦਾ ਇਸ ਵਿਸ਼ੇ 'ਤੇ ਗੱਲ ਕੀਤੀ ਹੈ, ਔਰ ਉਹਨਾਂ ਨੂੰ ਬਕਾਇਦਾ ਇਸ 'ਚ ਚਰਚਾ ਵੀ ਕੀਤੀ ਸੀ। ਉਹ ਕਹਿੰਦੇ ਵੀ ਇਸ ਟਾਈਮ ਸਭ ਤੋਂ ਜੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇੰਨੀ ਨਿਕੰਮੀ ਹੈ ਕਿ ਉਹ ਸਾਨੂੰ ਪ੍ਰੋਜੈਕਟ ਹੀ ਬਹੁਤ ਡਿਲੇ ਬਣਾ ਕੇ ਦੇ ਰਹੀ ਹੈ, ਔਰ ਜਿੰਨੇ ਕਿ ਦਿੱਤੇ ਵੀ ਆ ਉਹ ਵੀ ਸਾਰੇ ਲੀਪਾ ਪੋਤੀ ਵਾਲੇ ਦਿੱਤੇ ਆ। ਮੈਂ ਤਾਂ ਕਹਿੰਦਾ ਚਲੋ ਸ਼ਹਿਰ 'ਚ ਕਿਤੇ ਇੱਟ ਵੀ ਲੱਗਦੀ ਹੈ, ਚਾਹੇ ਉਹ ਪਰਟੀਕੂਲਰ ਕਿਸੇ ਏਰੀਏ 'ਚ ਲੱਗੇ, ਉਹ ਲੱਗਣੀ ਚਾਹੀਦੀ ਹੈ। ਮੈਂ ਇਸ ਚੀਜ਼ ਨੂੰ ਨਹੀਂ ਨੀਂਦਾ, ਜਿੱਥੇ ਲੱਗ ਰਹੀ ਹੈ ਡਿਵੈਲਪਮੈਂਟ ਠੀਕ ਹੋ ਰਹੀ ਹੈ, ਕੋਈ ਗੱਲ ਨਹੀਂ, ਅੱਛੀ ਗੱਲ ਹੈ। ਜਿੱਥੇ ਵੀ ਲੱਗ ਰਹੀ ਹੈ, ਚਾਹੇ ਉਹ ਸਰਾਭਾ ਨਗਰ ਹੈ, ਚਾਹੇ ਮਲਹਾਰ ਰੋਡ ਹੈ, ਜਿੱਥੇ ਵੀ ਲੱਗ ਰਹੀ ਹੈ ਅੱਛੀ ਗੱਲ ਹੈ। ਪਰ ਜਿਹੜਾ ਪ੍ਰਸ਼ਨ ਮੇਨ ਹੈਗਾ ਸੰਦੀਪ ਜੀ, ਉਹ ਸੁਣਨ ਵਾਲੀ ਗੱਲ ਇਹ ਹੈਗੀ ਹੈ, ਕਰਨ ਵਾਲੀ ਗੱਲ ਇਹ ਹੈਗੀ ਹੈ ਕਿ ਇੱਕ ਬੰਦਾ ਜਿਹਦਾ ਪੰਜਾਬ ਸਰਕਾਰ ਦਾ ਨੁਮਾਇੰਦਾ ਹੈ, ਮੰਤਰੀ ਹੈ, ਔਰ ਉਹ ਲੋਕਾਂ ਨੇ ਚੁਣ ਕੇ ਭੇਜਿਆ ਇਸ ਵਿਧਾਨ ਸਭਾ 'ਚੋਂ, ਪਰ ਕ੍ਰੈਡਿਟ ਕੇਂਦਰ ਸਰਕਾਰ ਦੇ ਪੈਸੇ ਨਾਲ ਲੈਣ ਨੂੰ ਫਿਰ ਰਿਹਾ। ਇਸ ਕਰਕੇ ਉਹ ਕੇਂਦਰ ਸਰਕਾਰ ਦੇ ਪੈਸੇ ਨਾਲ ਕ੍ਰੈਡਿਟ, ਦੇਖੋ ਮੈਂ ਇੱਕ ਤੁਹਾਨੂੰ ਪ੍ਰਸ਼ਨ ਹੈ ਮੇਰਾ ਕਿ ਪੂਰੇ ਪੰਜਾਬ 'ਚ, ਚਲੋ ਪੰਜਾਬ ਨੂੰ ਵੀ, ਲੁਧਿਆਣੇ 'ਚ ਕਿਤੇ ਇੱਕ ਇੱਟ ਲਗਾਈ ਇਹਨਾਂ ਨੇ ਆਪਣੇ ਪੰਜਾਬ ਸਰਕਾਰ ਦੇ ਪੈਸੇ ਨਾਲ? ਕਿਤੇ ਕੋਈ ਡਿਵੈਲਪਮੈਂਟ ਕੀਤੀ ਹੈ? ਜਿਹੜਾ ਫਲਾਈਓਵਰ ਬਣ ਰਿਹਾ ਹੈ ਫਿਰੋਜ਼ਪੁਰ ਰੋਡ ਵਾਲਾ, ਇਹ ਕੇਂਦਰ ਸਰਕਾਰ ਦਾ ਦੇਣ ਹੈ। ਗਡਕਰੀ ਜੀ ਸਪੈਸ਼ਲ ਇਹਦਾ ਮਹੂਰਤ ਕਰਕੇ ਗਏ, ਇਹ ਕੇਵਲ ਕੇਂਦਰ ਸਰਕਾਰ ਦਾ ਦੇਣ ਹੈ। ਔਰ ਆ ਜਿਹੜਾ ਮਲਹਾਰ ਰੋਡ ਜਾਂ ਕਿਪਸ ਮਾਰਕੀਟ ਜਾਂ ਸਰਾਭਾ ਨਗਰ ਆ, ਜਿੱਥੇ ਵੀ ਪੈਸਾ ਲੱਗ ਰਿਹਾ ਉਹ ਸਮਾਰਟ ਸਿਟੀ ਦੇ ਤਹਿਤ ਕੇਂਦਰ ਸਰਕਾਰ ਦਾ ਪੈਸਾ ਹੈਗਾ। ਹੁਣ ਬਹਿਸ ਦੀ ਗੱਲ ਤਾਂ ਇਹ ਹੈ ਕਿ ਸ਼ਹਿਰ ਵਿੱਚ ਹੋਰ ਵੀ ਪੂਰਾ ਇਲਾਕਾ ਹੈਗਾ, ਉਹਦੇ 'ਤੇ ਕਿਤੇ ਵੀ ਸਮਾਰਟ ਸਿਟੀ ਦੇ ਨੂੰ ਧਿਆਨ 'ਚ ਰੱਖ ਕੇ ਨਹੀਂ ਪੈਸਾ, ਜਿਹਦੀ ਕਿ ਜ਼ਰੂਰਤ ਸੀਗੀ ਹੋਰ ਪਾਸੇ ਪੈਸਾ ਲਗਾਉਣ ਦੀ ਜ਼ਰੂਰਤ ਸੀਗੀ। ਐਸੇ ਬਹੁਤ ਏਰੀਏ ਨੇ ਜਿੱਥੇ ਸੜਕਾਂ ਬਣਾਉਣ ਦੀ ਜ਼ਰੂਰਤ ਹੈ, ਕੱਚੀਆਂ ਪਈਆਂ ਸੜਕਾਂ, ਪਾਣੀ ਖੜਾ ਹੋ ਜਾਂਦਾ, ਨੀਵੀਂ ਜਗ੍ਹਾ ਨੂੰ ਉੱਚਾ ਕਰਨ ਦੀ ਜ਼ਰੂਰਤ ਹੈ। ਕਈ ਚੀਜ਼ਾਂ ਐਸੀਆਂ ਕਰਨ ਦੀ ਜ਼ਰੂਰਤ ਸੀਗੀ ਜਿਹਨੂੰ ਠੀਕ ਕਰਨਾ ਚਾਹੀਦਾ ਸੀ, ਸੀਵਰ ਪੈਣੇ ਚਾਹੀਦੇ ਸੀਗੇ, ਪਰ ਕਿਤੇ ਵੀ ਇਹਨਾਂ ਨੇ ਇਸ ਗੱਲ ਨੂੰ ਬੌਦਰ ਨਹੀਂ ਕੀਤਾ। ਔਰ ਕੇਵਲ ਹੁਣ ਇਲੈਕਸ਼ਨਾਂ ਕਰਕੇ ਕ੍ਰੈਡਿਟ ਉਹ ਧੁੱਤ-ਮੁੱਤ ਜੀ ਕਰਕੇ ਫਟਾਫਟ ਉਹ ਇੱਕ ਪਾਸੇ ਪਰਟੀਕੂਲਰ ਏਰੀਏ 'ਚ ਡਿਵੈਲਪਮੈਂਟ ਕਰ ਰਹੇ ਨੇ, ਔਰ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਮੈਂ ਜਿਹੜਾ ਹੈਗਾ ਆਪਣੇ ਏਰੀਏ 'ਚ ਡਿਵੈਲਪਮੈਂਟ ਕੀਤੀ ਹੈ। ਸਰ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਡਿਵੈਲਪਮੈਂਟ ਦੀ ਵੀ ਗੱਲ ਕਰੀਏ, ਹੁਣ ਮੈਂ ਜੇ ਤੁਹਾਡੇ ਨਾਲ ਹੀ ਗੱਲ ਕਰਾਂ ਤੇ ਤੁਸੀਂ ਕਿਹਾ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਫ੍ਰੀ ਹੋਣਾ ਚਾਹੀਦਾ, ਹੈਸਲ ਫ੍ਰੀ ਹੋਣਾ ਚਾਹੀਦਾ, ਤਾਰਾਂ ਅੰਡਰਗਰਾਊਂਡ ਹੋਣੀਆਂ ਚਾਹੀਦੀਆਂ, ਸੀਵਰੇਜ ਪਾਈਪਸ ਵੱਡੀਆਂ ਹੋਣੀਆਂ ਚਾਹੀਦੀਆਂ, ਪਰ ਸਾਡੇ ਹਿਸਾਬ ਨਾਲ ਤਾਂ ਕੀ ਤੁਸੀਂ ਦੱਸੋ ਕਿ ਇੰਨਾ ਕੁਝ ਹੋ ਰਿਹਾ? ਸਾਡੇ ਹਿਸਾਬ ਨਾਲ ਤਾਂ ਟੋਟਲ ਮਿਲਾ ਕੇ ਅੱਜ ਜੇ ਜਨਤਾ ਦੀ ਆਵਾਜ਼ ਕਰੀਏ, ਜਨਤਾ ਤਾਂ ਇਹ ਕਹਿ ਰਹੀ ਹੈ ਕਿ ਸ਼ਾਇਦ ਜਿਹੜਾ ਹੈਗਾ ਟਾਈਲਾਂ ਲਗਾਉਣਾ ਹੀ ਸਮਾਰਟ ਸਿਟੀ ਸਿਰਫ ਟਾਈਲਾਂ ਲਗਾਉਣ ਤੱਕ ਹੀ ਸੀਮਿਤ ਰਹਿ ਗਿਆ। ਜਿਹੜਾ ਵੀ ਜ਼ੋਨ ਹੈ, ਜਿੱਥੇ ਵੀ ਸਮਾਰਟ ਸਿਟੀ ਦੇ ਅੰਡਰ ਆਉਂਦਾ, ਉੱਥੇ ਇੱਕ ਟਾਈਲਾਂ ਹੀ ਲੱਗ ਰਹੀਆਂ।
ਤੁਸੀਂ ਸਾਨੂੰ ਦੱਸੋ ਕਿਹੜਾ ਸੀਵਰੇਜ ਪੈ ਗਿਆ, ਸਾਨੂੰ ਦੱਸੋ ਤੁਸੀਂ ਕਿ ਕਿਹੜਾ ਉਹ। ਅਸੀਂ ਕਹਿੰਦੇ ਆ ਕਿ ਤੁਸੀਂ ਬਰਾਬਰ ਦੇ ਭਾਗੀਦਾਰ ਹੋ। ਜੇ ਤੁਸੀਂ ਇਹ ਨਹੀਂ ਕਹਿੰਦੇ ਜਿਵੇਂ ਪੈਸਾ ਜੇ ਤੁਸੀਂ ਦੇ ਰਹੇ ਹੋ ਤੇ ਨਹੀਂ, ਪੈਸਾ ਤੁਸੀਂ ਐਜ਼ ਏ ਬਿਜ਼ਨਸ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ, ਤੁਸੀਂ ਕਿਤੇ ਪੈਸਾ ਦਿੰਦੇ ਹੋ, ਤੁਸੀਂ ਉਸ ਪੈਸੇ ਦਾ ਉਹ ਤਾਂ ਪੁੱਛਦੇ ਹੋ ਲੇਖਾ ਜੋਖਾ ਕਿ ਹਾਂ ਭਾਈ ਸਾਹਿਬ ਆ ਪੈਸਾ ਮੈਂ ਦਿੱਤਾ ਕਿੱਥੇ ਲੱਗਿਆ ਦਿਖਾਓ, ਤਾਂ ਹੀ ਅਗਲਾ ਦਿੰਦੇ ਹੋ। ਤੇ ਤੁਸੀਂ ਪੈਸਾ ਦੇ ਰਹੇ ਹੋ, ਤੁਸੀਂ ਆਪ ਚੰਗੇ ਬਣ ਗਏ, ਅਸੀਂ ਸਮਾਰਟ ਸਿਟੀ ਉਹ ਕਰਤਾ, ਅਸੀਂ ਪੈਸਾ ਦੇਤਾ। ਕਿ ਖਾਲੀ ਪੈਸਾ ਦੇਣ ਨਾਲ ਜ਼ਿੰਮੇਵਾਰੀ ਹੁੰਦੀ ਹੈ? ਉਹਨੂੰ ਕ੍ਰਾਸ ਚੈੱਕ ਉਹਦੀ ਅਕਾਊਂਟੈਂਸੀ ਨਹੀਂ ਹੋਣੀ ਚਾਹੀਦੀ? ਨਹੀਂ ਬਿਲਕੁਲ ਹੋਣੀ ਚਾਹੀਦੀ ਹੈ। ਮੈਂ ਤਾਂ ਤੁਹਾਨੂੰ ਕਹਿੰਦਾ ਸ਼ੁਰੂ ਹੀ ਹੁਣ ਕੀਤੇ ਨੇ ਜੇ ਕੰਮ, ਚਾਹੇ ਉਹ ਲਈਅਰ ਵੈਲੀ ਦਾ ਕੰਮ ਹੈ ਜਾਂ ਹੋਰ ਕੰਮ ਜਿਹੜੇ ਇਹਨਾਂ ਨੇ ਸ਼ੁਰੂ ਕੀਤੇ ਨੇ ਨਾ ਜੀ। ਔਰ ਉਹਦੇ 'ਚ ਪੈਸਾ ਦੇਖੋ, ਕੇਂਦਰ ਸਰਕਾਰ, ਇਹ ਸੁਣੋ ਮੇਰੀ ਗੱਲ, ਦੇਖੋ ਕੇਂਦਰ ਸਰਕਾਰ ਕੋਲ ਪ੍ਰੋਜੈਕਟ ਲੈ ਕੇ ਜਾਣਾ ਹੈ, ਕੇਂਦਰ ਸਰਕਾਰ ਨੇ ਪ੍ਰੋਜੈਕਟ ਦੇਖਣਾ ਔਰ ਪੈਸਾ ਇਸ਼ੂ ਕਰਨਾ, ਟੈਂਡਰ ਹੋਣੇ ਹੈ, ਪੈਸਾ ਇਸ਼ੂ ਹੋ ਜਾਣਾ, ਜੋ ਤਰੀਕਾ ਹੈਗਾ। ਜਿਹੜੀ ਦੁੱਖ ਦੀ ਗੱਲ, ਮੈਂ ਜੋ ਗੱਲ ਕਹਿਣੀ ਚਾਹ ਰਿਹਾ ਬਾਰ-ਬਾਰ, ਕਿ ਪਰਟੀਕੂਲਰ ਇੱਕ ਏਰੀਆ ਨੂੰ ਹੀ ਟਾਰਗੇਟ ਬਣਾ ਕੇ ਡਿਵੈਲਪਮੈਂਟ ਕੀਤੀ ਗਈ ਹੈ। ਡਿਵੈਲਪਮੈਂਟ ਕਿਤੇ ਵੀ ਹੋਈ ਹੈ ਉਹ ਕੋਈ ਰੌਲਾ ਨਹੀਂ, ਇਹ ਪੂਰੇ ਸ਼ਹਿਰ ਡਿਵੈਲਪਮੈਂਟ ਕੀ ਹੋਈ ਹੈ? ਤੁਸੀਂ ਕਹਿ ਰਹੇ ਹੋ ਤੁਸੀਂ ਤਾਂ ਸਮਾਰਟ ਸਿਟੀ 'ਚ 10 ਚੀਜ਼ਾਂ ਗਿਣਾਤੀਆਂ, ਇੱਥੇ ਤਾਂ ਸਮਾਰਟ ਸਿਟੀ ਦੇ ਨਾਮ ਤੇ ਸਿਰਫ ਸਰਕਾਰ ਫਾਲਟੀ ਹੈ, ਅਸੀਂ ਥੋੜੀ ਫਾਲਟੀ ਹੈ। ਸਮਾਰਟ ਸਿਟੀ ਦੇ ਨਾਮ ਤੇ ਇੱਕ ਲਈਅਰ ਵੈਲੀ ਬਣੀ ਹੈ, ਜੋ ਮੈਨੂੰ ਹਜੇ ਤੱਕ ਸਮਝ ਲੱਗਿਆ। ਸਮਾਰਟ ਸਿਟੀ ਦੇ ਨਾਮ ਤੇ ਜੇ ਗੱਲਬਾਤ ਕਰੀਏ ਤਾਂ ਟਾਈਲਾਂ ਲੱਗ ਰਹੀਆਂ ਲੋਕਾਂ ਦੀ ਨਜ਼ਰਾਂ 'ਚ, ਜੋ ਲੋਕ ਕਹਿੰਦੇ, ਅਸੀਂ ਨਹੀਂ ਕਹਿ ਰਹੇ, ਅਸੀਂ ਤਾਂ ਸਿਰਫ ਤੁਹਾਨੂੰ ਗਿਣਾ ਰਹੇ ਹਾਂ ਕਿ ਤੁਸੀਂ ਬਰਾਬਰ ਦੇ ਭਾਗੀਦਾਰ ਹੋ। ਜੇ ਤੁਸੀਂ ਆਵਾਜ਼ ਨਹੀਂ ਚੱਕ ਰਹੇ, ਤੁਸੀਂ ਸਿਰਫ ਇੰਨਾ ਕਲੇਮ ਨਹੀਂ ਕਰ ਸਕਦੇ। ਅਸੀਂ ਕਿਸ ਤਰ੍ਹਾਂ ਬਰਾਬਰ ਦੇ ਭਾਗੀਦਾਰ ਆ ਸੰਦੀਪ ਜੀ? ਬਰਾਬਰ ਦੇ ਭਾਗੀਦਾਰ ਇਸ ਲਈ ਹੋ ਕਿਉਂਕਿ ਤੁਸੀਂ ਇੱਕ ਜੇ ਕੋਈ ਗਲਤ ਕਰ ਰਿਹਾ, ਦੇਖੋ ਪੈਸਾ ਤੁਸੀਂ ਦਿੱਤਾ, ਤੁਸੀਂ ਖੁਦ ਕਿਹਾ ਨਾ ਟੈਂਡਰ ਵਾਈਜ਼ ਮਿਲਦਾ, ਟੈਂਡਰ ਵਾਈਜ਼ ਪੈਸਾ ਅਲਾਟ ਹੋਇਆ ਨਾ। ਮੇਰੀ ਗੱਲ ਸੁਣੋ ਜੀ, ਮੈਂ ਤੁਹਾਨੂੰ ਕਹਿੰਦਾ ਕਿ ਜੀ ਮੰਨ ਲਓ ਮੈਂ ਕੇਂਦਰ ਸਰਕਾਰ ਹਾਂ, ਤੁਸੀਂ ਪੰਜਾਬ ਸਰਕਾਰ ਆ, ਮੈਂ ਤੁਹਾਨੂੰ ਕਹਿੰਦਾ ਜੀ ਇਹ ਘਰ ਨੂੰ ਅੱਛਾ ਬਣਾਉਣਾ ਹੈ, ਅਸੀਂ ਫੰਡਿੰਗ ਕਰਾਂਗੇ, ਠੀਕ ਹੈ ਨਾ। ਤੁਸੀਂ ਕਹਿੰਦੇ ਕਿ ਜੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਘਰ ਦੇ ਫਰਸ਼ ਬਦਲਣੇ ਚਾਹੁੰਦਾ ਜੀ, ਘਰ ਦੇ ਫਰਸ਼ ਮੈਂ ਉੱਪਰਲੀ ਫਲੋਰ ਦੇ ਬਦਲਣੇ ਚਾਹੁੰਦਾ। ਤੁਸੀਂ ਉਹਦਾ ਟੈਂਡਰ ਬਣਾਇਆ, ਉਹਦਾ ਟੈਂਡਰ ਬਣਾ ਕੇ ਲਿਆਏ, ਸੈਂਟਰ ਸਰਕਾਰ ਨੇ ਪੈਸਾ ਇਸ਼ੂ ਕਰਤਾ, ਤੁਸੀਂ ਉੱਪਰਲੇ ਬਦਲਣੇ ਸ਼ੁਰੂ ਕਰਤੇ, ਠੀਕ ਹੈ ਨਾ। ਫਿਰ ਤੁਸੀਂ ਸੈਕਿੰਡ ਪੜਾਅ 'ਚ ਲੈ ਕੇ ਆਉਂਦੇ ਆ ਕਿ ਜੀ ਮੈਂ ਤਾਂ ਜੀ ਹੁਣ ਛੱਤ ਦੀਆਂ ਟਾਈਲਾਂ ਬਦਲਣੀਆਂ ਚਾਹੁੰਦਾ, ਤੇ ਛੱਤ ਦੀਆਂ ਟਾਈਲਾਂ ਬਦਲਦੀਆਂ। ਉਹ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ, ਪੰਜਾਬ ਸਰਕਾਰ ਲੈ ਕੇ ਆ ਰਹੀ ਹੈ, ਠੀਕ ਹੈ ਨਾ। ਉਹ 'ਚ ਕੇਂਦਰ ਸਰਕਾਰ ਦਾ ਕੋਈ ਦੋਸ਼ ਨਹੀਂ ਹੈਗਾ, ਇਹ ਵੱਡਾ ਪ੍ਰੋਜੈਕਟ ਹੈ, ਨਾਲ ਤੁਹਾਨੂੰ ਆਪਣਾ ਵੀ ਥੋੜਾ ਸ਼ੇਅਰ ਪਾਉਣਾ ਪੈਂਦਾ ਨਾ। ਤੁਸੀਂ ਜਦੋਂ ਉਹ ਸ਼ੇਅਰ ਪਾਉਂਦੇ ਆ ਤੇ ਉਹਦੇ ਮੁਤਾਬਕ ਹੀ ਅੱਗੇ ਟੈਂਡਰਿੰਗ ਹੁੰਦੀ ਹੈ। ਮੇਰੀ ਗੱਲ ਨੂੰ ਪੂਰਾ ਹੋ ਲੈਣਾ, ਮੈਂ ਤੁਹਾਨੂੰ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਗੱਲ ਸਮਝਾ ਰਿਹਾ। ਥੋੜਾ ਜਿਹਾ ਸ਼ੇਅਰ ਪਾਉਣਾ ਹੁੰਦਾ ਜਿਹੜਾ ਕਿ ਇਹਨਾਂ ਕੋਲ ਪੈਸਾ ਹੀ ਨਹੀਂ ਹੈਗਾ, ਔਰ ਜਿਹੜਾ ਥੋੜਾ ਬਹੁਤ ਹੈਗਾ ਸੀ ਉਹ ਪਰਟੀਕੂਲਰ ਇੱਕ ਏਰੀਏ 'ਤੇ ਹੀ ਲਗਾ ਦਿੱਤਾ। ਉਹ ਤੇ ਕ੍ਰੈਡਿਟ ਲੈਣ ਬਾਰੇ, ਜਿਹੜਾ ਮੈਂ ਇਹ ਗੱਲ ਤੁਹਾਨੂੰ ਬਾਰ-ਬਾਰ ਕਿਉਂ ਕਹਿ ਰਿਹਾ ਕਿ ਕ੍ਰੈਡਿਟ ਲੈਣ ਵਾਸਤੇ, ਇੱਕ ਕ੍ਰੈਡਿਟ ਲੈਣ ਵਾਸਤੇ ਸ਼ਹਿਰ ਦੇ ਵਿੱਚ ਕਿ ਜੀ ਮੈਂ ਡਿਵੈਲਪਮੈਂਟ ਕਰਾ ਰਿਹਾ, ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਾਂ ਕਿ ਜੀ ਇੱਕ ਪਰਟੀਕੂਲਰ ਐਮਐਲਏ ਨੇ ਜੀ ਕਰਾਤੀ ਹੈਗੀ ਡਿਵੈਲਪਮੈਂਟ ਆਪਣੇ ਏਰੀਏ ਦੇ ਅੰਦਰ, ਜਦ ਕਿ ਉਹ ਕੇਂਦਰ ਸਰਕਾਰ ਦਾ ਪੈਸਾ ਹੈਗਾ। ਔਰ ਇਹ ਨਲਾਇਕੀ ਹੈ ਪੰਜਾਬ ਸਰਕਾਰ ਦੀ, ਨਲਾਇਕੀ ਹੈ ਪੰਜਾਬ ਸਰਕਾਰ ਦੀ, ਔਰ ਖਾਸ ਕਰਕੇ ਇੱਥੋਂ ਦੇ ਮੰਤਰੀ ਦੀ, ਕਿ ਉਹਨੂੰ ਪੂਰੇ ਸ਼ਹਿਰ ਦਾ ਧਿਆਨ ਰੱਖਣਾ ਚਾਹੀਦਾ ਸੀ। ਉਹ ਪੂਰੇ ਪੰਜਾਬ ਦਾ ਮੰਤਰੀ ਹੈ। ਲੁਧਿਆਣੇ ਦੇ ਵਿੱਚ ਜੇ ਸਮਾਰਟ ਸਿਟੀ ਵਾਸਤੇ ਪੈਸਾ ਆ ਰਿਹਾ ਤਾਂ ਉਹਨੂੰ ਹਰ ਏਰੀਏ ਦੇ ਵਿੱਚ ਪੈਸਾ ਲਗਾਉਣਾ ਚਾਹੀਦਾ ਸੀ, ਔਰ ਬਾਕੀ ਪ੍ਰੋਜੈਕਟਾਂ ਨੂੰ ਸ਼ੁਰੂ ਕਰਨਾ ਚਾਹੀਦਾ। ਬੜਾ ਵੱਡਾ ਪ੍ਰੋਜੈਕਟ ਹੈ ਜੀ ਇਹ, ਬੜਾ ਵੱਡੀ ਅਮਾਊਂਟ ਜਿਹੜੀ ਹੈਗੀ ਇਹਦੇ 'ਤੇ ਆਣੀ ਹੈ, ਇਹ ਕੋਈ ਛੋਟੀ ਅਮਾਊਂਟ ਨਹੀਂ ਆਣੀ ਇਹਦੇ 'ਤੇ। ਪਰ ਇਹ ਨਕੰਮਾ ਕੰਮ ਹੈ ਸਾਰਾ, ਨਕੰਮੇ ਲੋਕ ਨੇ ਜਿਹੜੇ ਕਿ ਇਹਨੂੰ ਫੁੱਲਫਿਲ ਨਹੀਂ ਕਰ ਪਾਏ। ਤੇ ਗੱਲਬਾਤ ਕਰੀਏ, ਜਿਵੇਂ ਤੁਸੀਂ ਕਿਹਾ ਕਿ ਸਮਾਰਟ ਸਿਟੀ ਨੂੰ ਲੈ ਕੇ ਬਹੁਤ ਸਾਰੇ ਤੁਸੀਂ ਸਾਨੂੰ ਦੱਸੇ, ਅਸੀਂ ਇਹਦੇ ਵਿੱਚ ਇਹ ਪੁੱਛਣਾ ਚਾਹਾਂਗੇ ਕਿ ਸਮਾਰਟ ਸਿਟੀ ਤੋਂ ਇਲਾਵਾ ਹੋਰ ਕੀ ਚੀਜ਼ਾਂ ਲਈ ਜਿਹੜਾ ਕੇਂਦਰ ਸਰਕਾਰ ਵੱਲੋਂ ਫੰਡ ਆ ਰਿਹਾ, ਜਾਂ ਸਮਾਰਟ ਸਿਟੀ ਦੇ ਵਿੱਚ ਜਿਵੇਂ ਤੁਸੀਂ ਆਹ ਚੀਜ਼ਾਂ ਕਹੀਆਂ ਕਿ ਬਹੁਤ ਸਾਰੀਆਂ ਨਲਾਇਕੀਆਂ ਵੀ ਹੋਈਆਂ, ਬਹੁਤ ਸਾਰੀ ਚੀਜ਼ਾਂ, ਕ੍ਰੈਡਿਟ ਵਾਰ ਚੱਲ ਰਹੀ ਹੈ, ਜੋ ਕ੍ਰੈਡਿਟ ਵਾਰ ਦੇ ਵਿੱਚ ਤੁਸੀਂ ਐਜ਼ ਏ ਬੀਜੇਪੀ ਲੋਕਲ ਟੀਮ ਨੇ ਕਿਉਂ ਨਹੀਂ ਕਿਹਾ ਗਿਆ ਹਮੇਸ਼ਾ ਹਰ ਵਾਰੀ ਬਰਾਬਰ ਦੇ ਆ ਕੇ ਕਿ ਭਾਈ ਆਹ ਪੈਸਾ ਅਸੀਂ ਰਿਲੀਜ਼ ਕੀਤਾ ਤੇ ਸਰਕਾਰ ਕਰੇ? ਇੱਕ ਹੋਰ ਇਲਜ਼ਾਮ ਲੱਗ ਰਿਹਾ ਤੁਹਾਡੇ 'ਤੇ ਕਿ ਇਹ ਸਾਰਾ ਦਾ ਸਾਰਾ ਪੈਸਾ ਤੁਸੀਂ ਜਾਣ ਕੇ ਬੀਜੇਪੀ ਸਰਕਾਰ ਵੱਲੋਂ ਆਖਰੀ ਸਾਲ ਦੇ ਵਿੱਚ, ਤੁਸੀਂ ਜਿਹੜਾ ਕਹਿ ਰਹੇ ਹੋ ਕਿ ਉਹਨਾਂ ਨੇ ਡਿਵੈਲਪਮੈਂਟ ਆਖਰੀ ਕੀਤੀ, ਲੋਕਾਂ ਦੇ ਵਿੱਚ ਇਹ ਵੀ ਅਫਵਾਹਾਂ ਹੈਗੀਆਂ ਜਾਂ ਗੱਲਬਾਤ ਹੈਗੀ ਹੈ ਬਾਜ਼ਾਰ ਦੇ ਵਿੱਚ ਕਿ ਜਾਣ-ਬੁੱਝ ਕੇ ਬੀਜੇਪੀ ਸਰਕਾਰ ਨੇ ਸਮਾਰਟ ਸਿਟੀ ਦਾ ਕਹਿਤਾ ਸੀ, ਪੈਸਾ ਐਂਡ 'ਚ ਜਾ ਕੇ ਆਖਰੀ ਸਾਲ 'ਚ ਕੀਤਾ, ਸੋ ਤਾਂ ਕਰਕੇ ਡਿਵੈਲਪਮੈਂਟ ਲੇਟ ਹੋਈ ਹੈ, ਅਦਰਵਾਈਜ਼ ਇੱਦਾਂ ਦੀ ਕੋਈ ਗੱਲ ਨਹੀਂ ਸੀ। ਸੰਦੀਪ ਜੀ ਤੁਸੀਂ ਮੇਰੇ ਨਾਲ ਚੱਲੋ ਜੀ, ਇਹਨਾਂ ਨੇ ਕਿਸ ਟਾਈਮ 'ਤੇ ਕਦੋਂ ਕਿਹੜਾ ਪ੍ਰੋਜੈਕਟ ਭੇਜਿਆ, ਇਸ ਮਾਮਲੇ 'ਚ ਮੈਂ ਤੁਹਾਨੂੰ ਮੰਤਰੀ ਸਾਹਿਬ ਨੂੰ ਵੀ ਬਿਠਾ ਸਕਦਾ। ਤੁਸੀਂ ਉਹਦੇ ਵਿੱਚ ਜਾਣਕਾਰੀਆਂ ਵੀ ਪ੍ਰਾਪਤ ਕਰਨੀਆਂ ਚਾਹੁੰਦੇ ਹੋ, ਤੁਹਾਨੂੰ ਰਿਟਰਨ ਜਾਣਕਾਰੀਆਂ ਵੀ ਮਿਲ ਜਾਣਗੀਆਂ, ਕੋਈ ਪ੍ਰੋਬਲਮ ਨਹੀਂ ਹੈ। ਇਹ ਕੇਵਲ ਲੁਧਿਆਣੇ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਸਤੇ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ। ਔਰ ਸਭ ਤੋਂ ਦੁਖਦ ਗੱਲ ਇਹ ਹੈ ਕਿ ਸਮਾਰਟ ਸਿਟੀ ਦਾ ਪੈਸਾ ਜਿਸ ਢੰਗ ਨਾਲ ਲੁਧਿਆਣੇ ਦਾ ਮੂੰਹ ਮੱਥਾ ਸਵਾਰ ਸਕਦਾ ਸੀ, ਜਿਸ ਢੰਗ ਨਾਲ ਲੁਧਿਆਣੇ ਨੂੰ ਸੁੰਦਰ ਬਣਾ ਸਕਦਾ ਸੀ, ਜਿਸ ਢੰਗ ਨਾਲ ਲੁਧਿਆਣੇ ਦੀ ਨੁਹਾਰ ਬਦਲ ਸਕਦਾ ਸੀ,
ਉਹਦੇ ਤੇ ਕੰਮ ਨਹੀਂ ਕੀਤਾ ਪੰਜਾਬ ਸਰਕਾਰ ਨੇ। ਬੜੀ ਦੁਖਦ ਗੱਲ ਹੈਗੀ ਹੈ ਔਰ ਅੱਜ ਵੀ ਸੰਭਲਣ ਦੀ ਜ਼ਰੂਰਤ ਹੈ। ਯੋਜਨਾ ਬਣਾ ਕੇ ਅਸੀਂ ਸਾਰੇ ਲੁਧਿਆਣੇ ਦਾ ਭਲਾ ਸੋਚੀਏ, ਸਾਰੇ ਲੁਧਿਆਣੇ ਨੂੰ ਕਿੱਦਾਂ ਅੱਜ ਬੜਾ ਕੁਛ ਦੇਖੋ, ਟ੍ਰੈਫਿਕ ਦਾ ਕਿੰਨਾ ਮਾੜਾ ਹਾਲ ਹੈ, ਸੀਵਰੇਜ ਦੀ ਬੜੀ ਜ਼ਰੂਰਤ ਹੈ, ਬਾਰਿਸ਼ ਥੋੜ੍ਹੀ ਜਿਹੀ ਪੈਂਦੀ ਹੈ ਅਤੇ ਜਾਮ ਪਾਣੀਓ ਪਾਣੀ ਹੋ ਜਾਂਦਾ। ਸੜਕਾਂ ਨੂੰ ਬਣਾਉਣ ਦੀ ਜ਼ਰੂਰਤ ਹੈ, ਬਹੁਤ ਐਸਾ ਲੁਧਿਆਣਾ ਜਿੱਥੇ ਸੜਕਾਂ ਹਜੇ ਬਣਨ ਦੀ ਜ਼ਰੂਰਤ ਹੈਗੀ ਹੈ। ਸੋ ਐਸੇ ਬੜੇ ਕੰਮ ਨੇ ਜਿਹੜੇ ਸਮਾਰਟ ਸਿਟੀ ਦੇ ਤਹਿਤ ਇਹ ਕਰ ਸਕਦੇ ਸੀਗੇ। ਪੂਰੇ ਸ਼ਹਿਰ 'ਚ LED ਲਾਈਟਾਂ ਲਾਉਣ ਦੀ ਗੱਲ ਆ, ਹਜੇ ਕਿੱਥੇ ਪੂਰੀਆਂ ਹੋਈਆਂ। ਪੂਰੇ ਸਮਾਰਟ ਸਿਟੀ ਦੇ ਤਹਿਤ ਤਾਂ ਸ਼ਹਿਰ ਦੇ ਅੰਦਰ ਕਿਤੇ ਤੁਹਾਨੂੰ ਇਲੈਕਟ੍ਰਿਕ ਵਾਇਰ ਨਜ਼ਰ ਹੀ ਨਹੀਂ ਆਏਗੀ, ਉਹ ਸਾਰੀਆਂ ਅੰਡਰਗਰਾਊਂਡ ਪੈਣੀਆਂ ਹੈਗੀਆਂ। ਕਿੰਨਾ ਕੁ ਉਹਦੇ 'ਤੇ ਕੰਮ ਸ਼ੁਰੂ ਹੋਇਆ ਹੈਗਾ, ਠੀਕ ਹੈ ਨਾ। ਕੋਈ ਝੁੱਗੀ ਝੋਪੜੀ ਨਜ਼ਰ ਨਹੀਂ ਆਏਗੀ, ਉਹਨਾਂ ਨੂੰ ਘਰ ਬਣਾ ਕੇ ਦੇਣ ਦੀ ਵੀ ਗੱਲ ਹੈਗੀ। ਕਹਿ ਰਹੇ ਕਿ ਤੁਸੀਂ ਆਖਰੀ ਸਾਲ ਦੇ ਵਿੱਚ ਆਖਰੀ ਸਾਲ 'ਚ ਫੰਡ ਰਿਲੀਜ਼ ਕੀਤੇ ਤਾਂ ਕਿ ਬਦਨਾਮੀ ਜਿਹੜੀ ਹੈ ਉਹ ਕਾਂਗਰਸ ਸਰਕਾਰ ਦੇ ਮੜੀ ਜਾਵੇ। ਫਿਰ ਵੀ ਉਹਨਾਂ ਨੇ ਦਿਨ ਸਵੇਰੇ ਸ਼ਾਮ ਪੂਰਾ ਦਿਨ ਐਟ ਏ ਟਾਈਮ ਤੁਸੀਂ ਦੇਖੋ ਸਰਾਭਾ ਨਗਰ 'ਚ 4-4 5-5 ਜਗ੍ਹਾ ਤੇ ਕੰਟੀਨਿਊਸਲੀ ਕੰਮ ਸ਼ੁਰੂ ਕਰ ਦਿੱਤਾ। ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਪੁਰੀ ਸਾਹਿਬ ਨਾਲ ਮਿਲਾਉਣਾ, ਤੁਹਾਨੂੰ ਕੱਲੀ ਗੱਲ ਉਹਨਾਂ ਨੇ ਦੱਸ ਦੇਣੀ ਹੈ। ਸਾਰੀ ਗੱਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ, ਬੜਾ ਕਲੀਅਰ ਹੈ, ਕੋਈ ਐਸੀ ਗੱਲ ਨਹੀਂ। ਤੁਸੀਂ ਰਿਟਰਨ ਵੀ ਮੰਗਣਾ ਚਾਹੁੰਦੇ ਹੋ ਤੇ ਉਹ RTI ਪਾ ਦਿਓ, ਤੁਹਾਨੂੰ ਸਾਰਾ ਕੁਝ। ਚਲੋ ਤੁਸੀਂ, ਮੈਂ ਤੁਹਾਡੀ ਆਖਰੀ ਕੁਐਸਚਨ ਹੈ, ਤੁਸੀਂ ਇਹ ਕਿਹਾ ਕਿ ਜੋ ਸਮਾਰਟ ਸਿਟੀ ਦਾ ਪੈਸਾ BJP ਸਰਕਾਰ ਵੱਲੋਂ ਸੈਂਟਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੱਲੋਂ ਰਿਲੀਜ਼ ਹੋਇਆ ਤੇ ਸਹੀ ਤਰੀਕੇ ਨਾਲ ਨਹੀਂ ਖਰਚਿਆ ਜਾ ਰਿਹਾ, ਕੀ ਤੁਸੀਂ ਇਹਦੇ ਤੇ ਕੁਝ ਕਰੋਗੇ ਜਾਂ ਹਜੇ ਵੀ ਇੱਦਾਂ ਹੀ ਕਹੋਗੇ ਕਿ ਭਾਈ ਅਸੀਂ ਪੈਸਾ ਰਿਲੀਜ਼ ਕਰ ਦਿੱਤਾ, ਇੰਨੇ ਤੇ ਆਪਣਾ ਕਹਿੰਦੇ ਪੱਲਾ ਛੁਡਾ ਲਓਗੇ, ਅਸੀਂ ਪੈਸਾ ਰਿਲੀਜ਼ ਕਰਨਾ ਅਸੀਂ ਕਰਤਾ, ਹੁਣ ਉਹ ਜਿੱਥੇ ਮਰਜ਼ੀ ਲੱਗੇ, ਵਿਕਾਸ ਤਾਂ ਹੋ ਹੀ ਰਿਹਾ? ਨਹੀਂ, ਐਸਾ ਕੁਝ ਨਹੀਂ ਹੈ। ਇਹਦੀ ਬਕਾਇਦਾ ਮੈਂ ਪਿਛਲੇ ਦਿਨਾਂ ਦੇ ਅੰਦਰ ਥੋੜ੍ਹੇ ਦਿਨ ਪਹਿਲਾਂ ਹੀ ਮੰਤਰੀ ਜੀ ਨਾਲ ਗੱਲ ਕੀਤੀ ਸੀ, ਮਾਨਯੋਗ ਸਰਦਾਰ ਹਰਦੀਪ ਸਿੰਘ ਪੁਰੀ ਜੀ ਨਾਲ। ਉਹਨਾਂ ਨੇ ਬੜਾ ਗੰਭੀਰ ਇਹਦਾ ਨੋਟਿਸ ਵੀ ਲਿੱਤਾ ਹੈ ਔਰ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਕਾਫੀ ਕੰਮ, ਪਰ ਕੁਛ ਚੀਜ਼ਾਂ, ਮੈਂ ਫਿਰ ਸੰਦੀਪ ਜੀ ਗੱਲ ਕਹਿ ਰਿਹਾ ਕਿ ਕਾਫੀ ਚੀਜ਼ਾਂ ਪੰਜਾਬ ਸਰਕਾਰ ਦੇ ਹੱਥ ਦੀਆਂ ਨੇ, ਇਸ ਕਰਕੇ ਉਹਦੇ ਮੁਤਾਬਕ ਚੱਲਣੀ ਹੈ। ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਉਹਦੇ ਮੁਤਾਬਕ ਹੀ ਉਹਨਾਂ ਨੇ ਅੱਗੇ ਵਧਣਾ ਹੈਗਾ। ਜਿੱਥੋਂ ਤੱਕ ਕੋਈ ਇਹਦੇ ਵਿੱਚ ਜਿਹੜੀਆਂ ਗੱਲਾਂ ਆ ਰਹੀਆਂ ਕੋਈ ਕਪਲਾ ਹੈ, ਉਹਦੇ ਵਾਸਤੇ ਅਸੀਂ ਜ਼ਰੂਰ ਮੰਤਰੀ ਜੀ ਨਾਲ ਗੱਲ ਕੀਤੀ ਹੈ। ਅਸੀਂ ਕਪਲੇ ਦੀ ਗੱਲ ਨਹੀਂ ਕਰ ਰਹੇ, ਅਸੀਂ ਕਹਿ ਰਹੇ ਕਿ ਪੈਸਾ ਤੁਸੀਂ ਕਹਿ ਰਹੇ ਹੋ, ਤੁਸੀਂ ਖੁਦ ਕਿਹਾ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਨਹੀਂ ਖਰਚਿਆ। ਦੇਖੋ ਉਹਦੇ ਤੇ ਕੇਂਦਰ ਸਰਕਾਰ ਨਹੀਂ ਕੁਝ ਕਰ ਸਕਦੀ, ਉਹ ਪੰਜਾਬ ਸਰਕਾਰ ਦਾ ਰਾਈਟ ਹੈ, ਉਹਨਾਂ ਨੇ ਕਿੱਥੇ ਕਿਸ ਤਰ੍ਹਾਂ ਕਿੰਨਾ ਪੈਸਾ ਲਾਉਣਾ ਹੈ, ਕਿਹੜੀ ਜਗ੍ਹਾ ਨੂੰ ਉਹਨਾਂ ਨੇ ਪ੍ਰਾਇਓਰਟੀ ਦੇਣੀ ਹੈ। ਇਹੀ ਤਾਂ ਇਹਦੇ ਵਿੱਚ ਵੱਡਾ ਪ੍ਰਸ਼ਨ ਹੈ ਕਿ ਮੰਤਰੀ ਸਾਹਿਬ ਨੇ ਪਰਟੀਕੂਲਰ ਇੱਕ ਏਰੀਏ ਦੇ ਵਿੱਚ ਇਹ ਦਿਖਾਉਣ ਵਾਸਤੇ ਕਿ ਮੈਂ ਡਿਵੈਲਪਮੈਂਟ ਕਰ ਰਿਹਾ ਔਰ ਮੈਂ ਡਿਵੈਲਪਮੈਂਟ ਕਰਾ ਰਿਹਾ, ਉਹਦੇ ਤੇ ਕੇਂਦਰ ਸਰਕਾਰ ਦਾ ਪੈਸਾ ਲਾ, ਜਦ ਕਿ ਪੰਜਾਬ ਸਰਕਾਰ ਦਾ ਹੈ ਹੀ ਕੁਛ ਨਹੀਂ। ਉਹ ਕੇਂਦਰ ਸਰਕਾਰ ਦਾ ਪੈਸਾ ਚਾਹੇ ਲਈਅਰ ਵੈਲੀ ਹੋਵੇ, ਚਾਹੇ ਬਲਾਰ ਰੋਡ ਹੋਵੇ, ਚਾਹੇ ਉਹ ਸਰਾਭਾ ਨਗਰ ਹੋਵੇ, ਕਿਪਸ ਮਾਰਕੀਟ ਹੋਵੇ, ਤੇ ਚਾਹੇ ਹੋਰ ਚੀਜ਼ਾਂ ਹੋਣ, ਸਾਰੀਆਂ ਉੱਥੇ ਉਹਨਾਂ ਨੇ ਖਤਮ ਕਰਤੀਆਂ। ਔਰ ਜਦ ਕਿ ਮੇਰਾ ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਪੁੱਛ ਰਹੇ ਹੋ ਬਾਰ-ਬਾਰ, ਮੇਰਾ ਇਹ ਕਹਿਣਾ ਹੈਗਾ ਕਿ ਇਹ ਪੈਸਾ ਪੰਜਾਬ ਦੇ ਬਾਕੀ ਡੰਪ ਨਹੀਂ ਕਿਤੇ ਨਜ਼ਰ ਆਉਣਾ ਚਾਹੀਦਾ ਸ਼ਹਿਰ 'ਚ। ਸਮਾਰਟ ਸਿਟੀ ਦੇ ਤਹਿਤ ਕੋਈ ਡੰਪ ਹਟਾਇਆ ਇਹਨਾਂ ਨੇ? ਕਿਤੇ ਵੀ ਨਹੀਂ ਹਟਾਇਆ। ਕੂੜੇ ਦਾ ਡੰਪ ਜਿਹੜਾ ਹੈ ਉਹਦੇ 'ਤੇ ਬਕਾਇਦਾ ਇੱਕ ਬੜੀ ਵੱਡੀ ਪ੍ਰੋਜੈਕਟ ਰਿਪੋਰਟ ਬਣ ਕੇ ਕਿੱਥੇ ਕਰਨਾ ਹੈ, ਕੀ ਕਰਨਾ, ਕੁਛ ਕੀਤਾ ਨਹੀਂ ਉਹਦੇ 'ਤੇ। ਕੂੜੇ ਦਾ ਡੰਪ ਕਿਤੇ ਨਜ਼ਰ ਨਹੀਂ ਆਉਣਾ ਚਾਹੀਦਾ, ਉਹਨੂੰ ਕਿਤੇ ਵੀ ਨਹੀਂ ਇਹਨਾਂ ਨੇ ਹਟਾਇਆ ਹੈਗਾ। ਸੋ ਪਰਟੀਕੂਲਰ ਇੱਕ ਏਰੀਏ ਨੂੰ ਟਾਰਗੇਟ ਕਰਕੇ ਉਹ ਵੀ ਹੁਣ ਕ੍ਰੈਡਿਟ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜੀ ਮੈਂ ਕਰਾਇਆ, ਜਦ ਕਿ ਉਹ ਕੇਂਦਰ ਸਰਕਾਰ ਦਾ ਪੈਸਾ ਹੈ। ਸਮਾਰਟ ਸਿਟੀ ਦੇ ਤਹਿਤ ਮੋਦੀ ਸਰਕਾਰ ਨੇ ਉਹ ਪੈਸਾ ਭੇਜਿਆ ਹੈਗਾ, ਮਤਲਬ ਉਹਦੇ 'ਤੇ ਵੀ ਕੇਵਲ ਕ੍ਰੈਡਿਟ ਵਾਰ ਕੀਤਾ ਤਾਂ ਕੁਛ ਹੈ ਹੀ ਨਹੀਂ। ਪੰਜਾਬ ਸਰਕਾਰ ਨੇ ਦੱਸੋ ਕੀ ਕੀਤਾ? ਕਿਤੇ ਇੱਟ ਲਾਈ ਹੈ? ਤੁਸੀਂ ਦੱਸ ਦਿਓ, ਤੁਸੀਂ ਸ਼ਹਿਰ 'ਚ ਰਹਿੰਦੇ ਹੋ ਨਾ, ਪੰਜਾਬ ਦੀ ਗੱਲ ਛੱਡੋ ਤੁਸੀਂ। ਸਾਡੇ ਹਿਸਾਬ ਨਾਲ ਤਾਂ ਜੀ ਜੋ ਪੈਸਾ ਲੱਗ ਰਿਹਾ ਜੇ ਵੈਸਟ ਜ਼ੋਨ 'ਚ ਵੀ, ਤੇ ਮੰਤਰੀ ਸਾਹਿਬ ਕਹਿੰਦੇ ਕਿ ਉਹ ਲਾ ਰਹੇ, ਹੁਣ ਸਾਨੂੰ ਤਾਂ ਪਤਾ ਨਹੀਂ ਕਿ ਤੁਹਾਡਾ ਪੈਸਾ ਭੇਜਿਆ ਉੱਥੋਂ ਔਰੰਜ ਸੀਗਾ ਜਾਂ ਇਹਨਾਂ ਦਾ ਪੈਸਾ ਇੱਥੇ ਖਰਚਿਆ ਬਲੂ ਸੀਗਾ, ਸਾਡੇ ਲਈ ਤਾਂ ਸਰਕਾਰ ਕਰ ਰਹੀ ਹੈ। ਹੁਣ ਤੁਸੀਂ ਖੁਦ ਕਹਿ ਰਹੇ ਹੋ ਸਰਕਾਰਾਂ ਦਾ ਫਰਜ਼ ਹੈ, ਮੈਂ ਕੋਈ ਇਹ ਨਹੀਂ ਕਹਿ ਰਿਹਾ ਵੀ ਮੋਦੀ ਜੀ ਨੇ ਕੋਈ ਜੇਬ 'ਚ ਲਾਤਾ ਪੈਸਾ। ਮੇਰਾ ਕਹਿਣਾ, ਮੇਰੀ ਸੁਣੋ ਬਈ, ਵਿਜ਼ਨ ਹੋਣਾ ਚਾਹੀਦਾ। ਸਰਕਾਰਾਂ ਬਣਦੀਆਂ, ਚੁਣਦੀਆਂ, ਪਬਲਿਕ ਚੁਣਦੀ ਹੈ, ਉਹਨਾਂ ਨੂੰ ਕਿਸੇ ਗੱਲ 'ਤੇ ਚੁਣਦੀ ਹੈ ਔਰ ਉਹ ਜਿਹੜੀ ਸਰਕਾਰਾਂ ਚੁਣ ਕੇ ਭੇਜਦੇ ਆ ਉਹਨਾਂ ਤੋਂ ਸਰਕਾਰਾਂ ਦੀ, ਲੋਕਾਂ ਦੀ ਤਵੱਕੋ ਰਹਿੰਦੀ ਹੈ ਕਿ ਸਾਡੇ ਏਰੀਏ ਦੀ ਡਿਵੈਲਪਮੈਂਟ ਹੋਵੇ, ਠੀਕ ਹੈ ਨਾ। ਇਸ ਕਰਕੇ ਮੇਰਾ ਇਹ ਕਹਿਣ ਦਾ ਭਾਵ ਹੈ ਜਿਹੜਾ ਕ੍ਰੈਡਿਟ ਮੰਤਰੀ ਸਾਹਿਬ ਲੈ ਰਹੇ ਨੇ ਨਾ, ਉਹ ਕ੍ਰੈਡਿਟ ਉਹ ਲੈਣ ਦੇ ਹੱਕਦਾਰ ਨਹੀਂ, ਬਿਕੋਜ਼ ਪੈਸਾ ਜਿਹੜਾ ਲੱਗ ਰਿਹਾ ਉਹ ਕੇਂਦਰ ਸਰਕਾਰ ਦਾ ਲੱਗ ਰਿਹਾ। ਚਾਹੇ ਉਹ ਫਿਰੋਜ਼ਪੁਰ ਰੋਡ 'ਤੇ ਜਿਹੜਾ ਇਹ ਰੋਡ ਫਲਾਈਓਵਰ ਬਣ ਰਿਹਾ ਤੇ ਚਾਹੇ ਸਮਾਰਟ ਸਿਟੀ ਦਾ ਪੈਸਾ, ਬਾਕੀ ਤਾਂ ਕਿਤੇ ਲੁਧਿਆਣੇ 'ਚ ਪੈਸਾ ਲਾਇਆ ਹੀ ਨਹੀਂ। ਤੁਹਾਨੂੰ ਪਤਾ ਹੀ ਹੈ ਕਾਰਪੋਰੇਸ਼ਨ ਦਾ ਕਿੰਨਾ ਭੈੜਾ ਹਾਲ ਹੈ, ਮੀਂਹ ਪੈਂਦਾ ਪਾਣੀਓ ਪਾਣੀ ਹੋ ਜਾਂਦਾ, ਉਹਦੀ ਕਿਤੇ ਉਹਨੂੰ ਠੀਕ। ਔਰ ਤੁਸੀਂ ਦੇਖਿਓ ਆ ਸੜਕਾਂ ਟੁੱਟ ਜਾਣੀਆਂ, ਇਹਨਾਂ ਤੋਂ ਪੈਚ ਵਰਕ ਨਹੀਂ ਲੱਗਣੇ ਹਜੇ। ਆ ਪਿਛਲੇ ਸਾਲ ਜਿਹੜੀਆਂ ਬਾਰਿਸ਼ਾਂ ਹੋਈਆਂ ਸੀਗੀਆਂ, ਜਾ ਕੇ 3 ਮਹੀਨੇ ਬਾਅਦ ਇਹਨਾਂ ਨੇ ਪੈਚ ਵਰਕ ਸ਼ੁਰੂ ਕਰਾਇਆ ਹੈਗਾ, ਪੈਚ ਵਰਕ ਨਹੀਂ ਹੁੰਦੇ ਹੈਗੇ, ਇਹ ਹਾਲ ਹੈ। ਇਸ ਕਰਕੇ ਮੈਂ ਸਮਝਦਾ ਵੀ ਇਹ
ਪੰਜਾਬ ਸਰਕਾਰ ਦੀ ਔਰ ਲੁਧਿਆਣਾ ਦੀ ਜਿਹੜੀ ਇਸ ਟਾਈਮ ਕਾਬਜ ਕਾਂਗਰਸ ਦੀ ਟੀਮ ਹੈ ਉਹਦਾ ਨਿਕੰਮਾਪਣ ਹੈ। ਠੀਕ ਹੈ ਸਰ, ਥੈਂਕ ਯੂ। ਧੰਨਵਾਦ। ਸੋ ਦੋਸਤੋ, ਇਹ ਸੀਗੇ ਜੀਵਨ ਗੁਪਤਾ ਜੀ, ਜਿਹੜੇ ਕਿ ਜਨਰਲ ਸੈਕਟਰੀ ਹੈਗੇ ਆ ਪੰਜਾਬ ਭਾਜਪਾ ਦੇ। ਸਾਡੀ ਇਹਨਾਂ ਨਾਲ ਗੱਲਬਾਤ ਹੋਈ ਸਮਾਰਟ ਸਿਟੀ ਨੂੰ ਲੈ ਕੇ। ਸੋ ਜੋ ਉਹਨਾਂ ਨੇ ਕਿਹਾ ਅਸੀਂ ਤੁਹਾਡੇ ਸਾਹਮਣੇ ਰੱਖਿਆ। ਇਹਨਾਂ ਦਾ ਕਲੀਅਰ ਕੱਟ ਕਹਿਣਾ ਕਿ ਸਮਾਰਟ ਸਿਟੀ ਪ੍ਰੋਜੈਕਟ ਸਾਡਾ ਸੀਗਾ, ਪਰ ਕਿਉਂਕਿ ਇਹਦੇ ਵਿੱਚ ਪੰਜਾਬ ਸਰਕਾਰ ਦੀ ਰਜ਼ਾਮੰਦੀ ਅਤੇ ਉਹਨਾਂ ਦੀ ਗਾਈਡੈਂਸ ਦੇ ਹਿਸਾਬ ਨਾਲ, ਉਹਨਾਂ ਦੀ ਭਾਗੀਦਾਰੀ ਦੇ ਹਿਸਾਬ ਨਾਲ ਪੈਸਾ ਲੱਗਣਾ ਸੀ। ਸੋ ਅਸੀਂ ਤਾਂ ਆਪਣੇ ਵੱਲੋਂ ਪੈਸਾ ਦਿੱਤਾ, ਔਰ ਸਿਰਫ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਪੈਸਾ ਤਾਂ ਕੋਈ ਨਹੀਂ ਖਰਚਿਆ, ਪਰ ਜਿਹੜਾ ਉਹਦੇ ਵਿੱਚ ਕ੍ਰੈਡਿਟ ਜ਼ਰੂਰ ਲੈਂਦੀ ਨਜ਼ਰ ਆ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਜੀਵਨ ਗੁਪਤਾ ਜੀ ਦਾ ਕਹਿਣਾ। ਜੋ ਇਹਨਾਂ ਨੇ ਕਿਹਾ ਅਸੀਂ ਤੁਹਾਡੇ ਤੱਕ ਰੱਖਤਾ। फिलहाल देखते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।